ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਕੈ ਬਦਰਉ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਬਾਰਣ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਗਤ ਕਰ ਸਿਬਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜਨਕ ਰਾਜ ਬਰਤਾਇਆ, ਸਤਿਜੁਗ ਆਲੀਣਾ। ਗੁਰ ਸ਼ਬਦੇ ਮਨ ਮਾਨਿਆ, ਅਬ ਤੀਜ ਪਤੀਣਾ। ਗੁਰ ਨਾਨਕ ਸਚ ਨੀਵ ਸਾਜ, ਸਤਿਗੁਰ ਸੰਗ ਲੀਣਾ। ਗੁਰ ਅਰਜੁਨ ਘਰ ਗੁਰ ਰਾਮਦਾਸ, ਅਪਰੰਪਰ ਬੀਣਾ। ਗੁਰ ਅਰਜੁਨ ਘਰ ਗੁਰ ਰਾਮਦਾਸ, ਅਪਰੰਪਰ ਬੀਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਇਆ ਰੰਗ ਬੇਰੰਗ ਕਰਤ, ਭ੍ਰਮ ਮੋਹ ਕੈ ਕੂਪ ਗੁਬਾਰ ਭਰਿਓ ਹੈ। ਏਤਾ ਗਾਬ ਆਕਾਸ ਨ ਮਾਵਤ, ਬਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ। ਦਹ ਦਿਸ ਧਾਏ ਮਹਾ ਬਿਖਿਆ ਕੋ, ਪਰ ਧਨ ਸ਼ੀਨ ਅਗਿਆਨ ਹਰਿਓ ਹੈ। ਜੋਬਨ ਬੀਤ ਜਰਾ ਰੋਗ ਗ੍ਰਸਿਓ, ਜਮ ਦੂਤਨ ਦੰਡ ਮਿਰਤ ਮਰਿਓ ਹੈ। ਅਨਕ ਜੋਨ ਸੰਕਟ ਨਰਕ ਪੁੰਚਤ, ਸਾਸਨ ਦੂਖ ਗਰਤ ਗਰਿਓ ਹੈ। ਪ੍ਰੇਮ ਭਗਤ ਉਦਰਹਿ ਸੇ ਨਾਨਕ, ਕਰ ਕਿਰਪਾ ਸੰਤ ਆਪ ਕਰਿਓ ਹੈ। ਅਨਕ ਜੋਨ ਸੰਕਟ ਨਰਕ ਪੁੰਚਤ, ਸਾਸਨ ਦੂਖ ਗਰਤ ਗਰਿਓ ਹੈ। ਪ੍ਰੇਮ ਭਗਤ ਉਦਰਹਿ ਸੇ ਨਾਨਕ, ਕਰ ਕਿਰਪਾ ਸੰਤ ਆਪ ਕਰਿਓ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ, ਤਖਤ ਚਵਰ ਦੇ ਮਾਲਕ, ਲੋਕ ਪਰਲੋਕ ਕੇ ਸੁਖ ਦਾਤੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ
ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਹੀ ਨਿਰੰਤਰ ਦੀਵਾਨ ਚੱਲ ਰਹੇ ਨੇ। ਗੁਰਬਾਣੀ ਕੀਰਤਨ, ਗੁਰਬਾਣੀ ਪਾਠ ਦੇ ਪ੍ਰਵਾਹ ਚੱਲ ਰਹੇ ਨੇ। ਆਪ ਜੀ ਸਮੇਂ-ਸਮੇਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਤੇ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਅੱਜ ਦੇ ਵਿਸ਼ੇਸ਼ ਐਤਵਾਰ ਦੇ ਦੀਵਾਨ ਸੇਵਕ ਪਰਿਵਾਰਾਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ ਨੇ। ਆਪ ਜੀ ਮਹਾਰਾਜ ਦੇ ਪਾਵਨ ਦਰ ਤੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹੋ। ਸੋ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਸਤਿਗੁਰਾਂ ਦੀ ਕੀਰਤੀ, ਮਾਲਕ ਦੀ ਵਡਿਆਈ ਉਹ ਗੁਰਬਾਣੀ ਕੀਰਤਨ ਰਾਹੀਂ ਹੋਵੇ। ਗੁਰਬਾਣੀ ਪਾਠ ਕਰਕੇ, ਗੁਰਬਾਣੀ ਵਿਚਾਰ ਕਰਕੇ ਮਹਾਰਾਜ ਖੁਸ਼ੀਆਂ ਬਖਸ਼ਦੇ ਨੇ। ਮਹਾਰਾਜ ਜੀਵਨ ਅੰਦਰ ਖੜਾਓ ਬਖਸ਼ਿਸ਼ ਕਰਦੇ ਨੇ। ਸੋ ਭਾਈ ਜਗਜੀਤ ਸਿੰਘ ਹੋਰਾਂ ਦੇ ਰਾਗੀ ਜਥੇ ਨੇ ਬੜੇ ਪਿਆਰ ਨਾਲ ਕਰਤਾਰ ਦੀ ਕੀਰਤੀ ਗੁਰਬਾਣੀ ਕੀਰਤਨ ਰਾਹੀਂ ਆਪ ਜੀ ਨੂੰ ਸਰਵਣ ਕਰਵਾਈ ਹੈ। ਭਗਤ ਬਾਣੀ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨਾਂ ਦਾ ਅੰਮ੍ਰਿਤ ਸ਼ਬਦਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸੋ ਆਓ ਸਾਧ ਸੰਗਤ ਜੀ, ਗੁਰੂ ਘਰ ਵਿਖੇ ਰੋਜ਼ਾਨਾ ਜੋ ਲੜੀਵਾਰ ਮਹਾਰਾਜ ਦੀ ਪਾਵਨ ਅੰਮ੍ਰਿਤ ਬਾਣੀ ਦੀ ਵਿਚਾਰ ਚੱਲ ਰਹੀ ਹੈ। ਤਕਰੀਬਨ ਸੰਨ 2004 ਤੋਂ ਇਸ ਅਸਥਾਨ ਤੇ ਜੋ ਪਾਵਨ ਸਤਿਗੁਰਾਂ ਦੀ ਇਹ ਅੰਮ੍ਰਿਤ ਗੁਰਬਾਣੀ ਦੀ ਵਿਚਾਰ ਆਰੰਭ ਹੋਈ। ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਅੰਗ ਸੰਗ ਹੋ ਕੇ ਮਹਾਰਾਜ ਆਪ ਵਰਤ ਰਹੇ ਨੇ। ਸੋ ਇਸ ਸਮੇਂ ਤਕਰੀਬਨ ਮਹਾਰਾਜ ਦੇ ਪਾਵਨ ਪੰਨਾ 1388 ਤੇ ਇਹ ਵਿਚਾਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਪਹੁੰਚੀ ਹੈ। ਜੋ ਅੰਮ੍ਰਿਤ ਬਾਣੀ ਸਵਈਆਂ ਦੇ ਸਰਲੇਖ ਹੇਠ ਅੰਕਿਤ ਹੈ। ਇਹ ਪਾਵਨ ਬਾਣੀ ਦਾ ਆਰੰਭ 1385 ਅੰਗ ਤੋਂ ਹੋਇਆ ਹੈ। 1409 ਅੰਗ ਤੱਕ ਇਹ ਨਿਰੰਤਰ ਪ੍ਰਵਾਹ ਚੱਲੇਗਾ। ਮਹਾਰਾਜ ਦੀ ਇਸ ਪਾਵਨ ਬਾਣੀ, ਭੱਟਾਂ ਦੀ ਬਾਣੀ, ਇਸ ਬਾਣੀ ਦਾ ਸਰਲੇਖ ਜਿਵੇਂ ਆਰੰਭ ਅੰਦਰ ਵੀ ਜ਼ਿਕਰ ਕੀਤਾ ਸੀ ਸੰਗਤ ਜੀ, ਭੱਟਾਂ ਦੇ ਸਵਈਏ ਕਰਕੇ ਹੀ ਇਹ ਪਾਵਨ ਬਾਣੀ ਪ੍ਰਸਿੱਧ ਹੈ, ਗੁਰਸਿੱਖ ਸੰਗਤਾਂ ਜਾਣਦੀਆਂ ਨੇ। ਇਹ ਉਹ ਪਾਵਨ ਬਾਣੀ ਹੈ ਜਿਸ ਬਾਣੀ ਦਾ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਧੰਨ ਗੁਰਦੇਵ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਹੁੰਦੇ ਨੇ, ਉਦੋਂ ਤਕਰੀਬਨ 15 ਮਿੰਟ ਦਾ ਸਮਾਂ ਜਿਹੜਾ ਹੈ ਗੁਰੂ ਕੀ ਹਜ਼ੂਰੀ ਅੰਦਰ ਗੁਰੂ ਕੇ ਵਜ਼ੀਰ ਪਾਵਨ ਪ੍ਰਕਾਸ਼ ਦੀ ਸੇਵਾ ਆਰੰਭ ਕਰਦੇ ਨੇ। ਤਾਂ ਗੁਰਸਿੱਖ ਸੰਗਤਾਂ ਦੇ ਵਿੱਚੋਂ ਹੀ ਜਿਨ੍ਹਾਂ ਤੇ ਮਹਾਰਾਜ ਦੀ ਬੜੀ ਬਖਸ਼ਿਸ਼ ਹੈ, ਬੜੇ ਉਦਮ ਤੇ ਚਾਅ ਦੇ ਨਾਲ ਕਈ ਦਹਾਕੇ ਹੋ ਗਏ ਨੇ ਉਹਨਾਂ ਗੁਰਮੁਖਾਂ ਨੂੰ ਪੀੜ੍ਹੀ ਦਰ ਪੀੜ੍ਹੀ ਔਰ ਸੰਗਤੀ ਰੂਪ ਅੰਦਰ ਉੱਥੇ ਆਉਂਦਿਆਂ ਉਹ ਇੱਕ ਦੋ ਫਿਰ ਸਵਈਆਂ ਦਾ ਪਾਠ ਜਿਹੜਾ ਹੈ ਮਿੱਠੀ ਪਿਆਰੀ ਸੁਰ ਵਿੱਚ ਕਰਦੇ ਨੇ। ਆਪ ਜੀ ਅਕਸਰ ਰੋਜ਼ਾਨਾ ਸਰਵਣ ਕਰਦੇ ਹੋ। ਉਹ ਇਹੀ ਬਾਣੀ ਹੈ। ਇਸ ਬਾਣੀ ਦਾ ਸਰਲੇਖ ਭੱਟਾਂ ਦੇ ਸਵਈਏ ਕਰਕੇ ਆਪਾਂ ਪ੍ਰਸਿੱਧ ਜਾਣਦੇ ਹਾਂ। ਔਰ 11 ਭੱਟਾਂ ਦੀ ਬਾਣੀ ਹੈ। ਕੁਝ 17 ਤੇ ਹੋਰ ਵੀ ਗਿਣਤੀ ਵਿਦਵਾਨ ਸੰਪਰਦਾਇ ਮਹਾਂਪੁਰਖ ਮੰਨਦੇ ਨੇ। ਪਰ ਸੰਗਤ ਜੀ, ਬਹੁਤਾਤ ਵਿਦਵਾਨਾਂ ਨੇ, ਖੋਜਾਰਥੀਆਂ ਨੇ ਅੰਦਰਲੀ ਜੋ ਅਗਵਾਈ ਹੈ ਇਸ ਪਾਵਨ ਬਾਣੀ ਦੇ ਵਿੱਚੋਂ
ਉਹ 11 ਭੱਟਾਂ ਦੇ ਨਾਮ, 11 ਭੱਟਾਂ ਦੀ ਇਹ ਬਾਣੀ ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਉਚਾਰਨ ਕੀਤੇ ਹੋਏ 9 ਤੇ 11 ਸਵਈਏ ਜਿਹੜੇ ਨੇ ਉਹ ਮਹਾਰਾਜ ਨੇ ਗੁਰੂ ਨਾਨਕ ਅਤੇ ਕਰਤਾ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਤੇ ਉਸਤਤ ਦਾ ਜ਼ਿਕਰ ਕਰਦਿਆਂ ਸਾਡੇ ਮਨੁੱਖੀ ਜੀਵਨ ਦੇ ਅੰਦਰ ਜੋ ਕੁਝ ਵਰਤਾਰਾ ਵਰਤਦਾ ਹੈ, ਮਨੁੱਖ ਕਿੱਥੋਂ ਆਇਆ, ਕੀ ਕਰਨਾ ਸੀ, ਕੀ ਕਰ ਰਿਹਾ ਹੈ, ਇਹ ਮਹਾਰਾਜ ਸਾਹਿਬ ਜੀ ਨੇ ਪਾਵਨ ਬਚਨਾਂ ਰਾਹੀਂ ਬਖਸ਼ਿਸ਼ ਉਪਦੇਸ਼ ਬਖਸ਼ੇ ਨੇ। ਸੋ ਮਹਾਰਾਜ ਦੀ ਇਹ ਪਾਵਨ ਬਾਣੀ, ਭੱਟਾਂ ਦੀ ਬਾਣੀ, ਜਿਨ੍ਹਾਂ ਦੇ ਵਿੱਚ ਵਿਦਵਾਨਾਂ ਨੇ ਕਲ ਸਹਾਰ, ਪਹਿਲੇ ਭੱਟ ਦਾ ਨਾਮ ਹੈ, ਦੂਸਰੇ ਭੱਟ ਦਾ ਨਾਮ ਜਾਲਪ ਹੈ, ਕੀਰਤ ਹੈ, ਭਿੱਖਾ ਹੈ। ਇਸੇ ਤਰ੍ਹਾਂ ਭੱਟ, ਸੱਲ ਜੀ, ਨਲ, ਗਿਆੰਦ, ਮਥਰਾ, ਬਲ ਤੇ ਭੱਟ ਹਰਬੰਸ ਜੀ ਦਾ ਜ਼ਿਕਰ ਆਇਆ ਹੈ। ਬੜੀਆਂ ਸਾਖੀਆਂ ਨੇ, ਆਪਾਂ ਉਸ ਪਾਸੇ ਨਹੀਂ ਜਾਣਾ। ਵਿਚਾਰ ਤਤ ਇਹ ਵਿਦਵਾਨਾਂ ਨੇ ਕੱਢਿਆ। ਇਹ ਸੁਲਤਾਨਪੁਰ ਸਾਹਿਬ ਦੇ ਰਹਿਣ ਵਾਲੇ ਗੁਰੂ ਦੇ ਪਿਆਰ ਵਾਲੇ ਸਨ। ਇਹ ਗੁਰੂ ਨਾਨਕ ਦੇ ਘਰ ਨਾਲ ਜੁੜੇ ਹੋਏ ਸਨ ਔਰ ਮਹਾਰਾਜ ਦੀ ਚਰਨ ਸ਼ਰਨ ਵਿੱਚ ਧੰਨ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਏ ਔਰ ਆਣ ਕੇ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਇਹਨਾਂ ਨੇ ਗੁਰੂ ਵਡਿਆਈ, ਗੁਰੂ ਸ਼ੋਭਾ ਦਾ ਜ਼ਿਕਰ ਕੀਤਾ ਹੈ ਔਰ ਮਹਾਰਾਜ ਦੇ ਇਹ ਪਾਵਨ ਵਡਿਆਈ ਭਰੇ ਬਚਨ ਜਿਹੜੇ ਇਹਨਾਂ ਨੇ ਉਚਾਰੇ, ਰਾਜ ਜੋਗ ਤੈ ਮਾਣਿਓ। ਇਸ ਤਰ੍ਹਾਂ ਮਹਾਰਾਜ ਦੀ ਵਡਿਆਈ ਦੇ ਅੰਦਰ ਸੋਈ ਪੁਰਖ ਧੰਨ ਕਰਤਾ ਕਾਰਨ ਕਰਤਾਰ ਗੁਰ ਸਮਰੱਥੋ। ਇਹ ਪਾਵਨ ਬਚਨ ਔਰ ਇਹ ਵੀ ਬਚਨ ਭੱਟਾਂ ਦੇ ਨੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਇਹ ਵੀ ਮਹਾਰਾਜ ਦੇ ਪਾਵਨ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਤੈਂ ਤਾਂ ਹਦਰਤ ਪਾਇਓ ਮਾਨ, ਸੇਵਿਆ ਗੁਰ ਪਰਵਾਨ। ਇਸ ਤਰ੍ਹਾਂ ਮਹਾਰਾਜ ਦੀ ਪਾਵਨ ਉਸਤਤ ਤੇ ਵਡਿਆਈ ਦਾ ਜ਼ਿਕਰ ਹੈ ਜੀ। ਜੀਵਨ ਦਾ ਲਕਸ਼ ਕੀ ਹੈ, ਇਹ ਸਾਰਾ ਇੱਥੇ ਦੱਸਿਆ ਮਹਾਰਾਜ ਦੇ ਔਰ ਭੱਟਾਂ ਨੇ। ਰਹੋ ਵਿਚਾਰ, ਭੱਟਾਂ ਦੀ ਗਿਣਤੀ ਮੂਲ ਰੂਪ ਅੰਦਰ 11 ਹੈ ਔਰ ਭੱਟਾਂ ਨੇ ਗੁਰੂ ਉਸਤਤ ਪ੍ਰਭੂ ਵਡਿਆਈ ਵਿੱਚ ਇਹ ਬਚਨ ਉਚਾਰੇ ਨੇ। ਤੇ ਇੱਕ ਗੱਲ ਹੋਰ ਜਿਹੜੀ ਵਿਦਵਾਨਾਂ ਨੇ ਖੋਜ ਕੀਤੀ ਹੈ, ਜਿਹੜੇ ਵਿਦਵਾਨ ਪਿੰਗਲ ਨੂੰ, ਕਾਵ ਰਚਨਾ ਨੂੰ ਸਮਝਦੇ ਨੇ, ਗੁਰਬਾਣੀ ਦੇ ਅੰਦਰ ਇੱਕ ਤਾਂ ਗੁਰਬਾਣੀ ਵਿਆਕਰਣਕ ਜਿਹੜਾ ਹੈ ਸੰਬੰਧ ਹੈ ਵਿਆਕਰਣ ਦਾ। ਗੁਰਬਾਣੀ ਤੁਰਕੀ ਹੈ, ਇਲਾਹੀ ਹੈ, ਪਰ ਗੁਰਬਾਣੀ ਅੰਦਰ ਨਿਯਮ ਜਿਹੜੇ ਨੇ ਬੜੇ ਮਹਾਰਾਜ ਨੇ ਕਮਾਲ ਦੇ ਰੱਖੇ ਨੇ। ਇੱਕ ਇੱਕ ਲਗ ਮਾਤਰ ਜਿਹੜੀ ਹੈ ਉਹ ਮਹਾਰਾਜ ਨੇ ਲਾਈ ਹੈ ਔਰ ਸਤਿਗੁਰਾਂ ਦੀਆਂ ਇਹ ਲੱਗੀਆਂ ਹੋਈਆਂ ਲਗਾ ਮਾਤਰਾ ਹੀ ਅਰਥਾਂ ਨੂੰ ਸਪਸ਼ਟ ਕਰਦੀਆਂ ਨੇ। ਜਦੋਂ ਅਸੀਂ ਇਸ ਗੱਲ ਤੋਂ ਪਿੱਛੇ ਹਟਦੇ ਹਾਂ ਤਾਂ ਗੁਰਬਾਣੀ ਨਿਯਮ ਜਿਹੜੇ ਤੋੜਦੇ ਹਾਂ ਤਾਂ ਸਾਧ ਸੰਗਤ ਜੀ ਉੱਥੇ ਫਿਰ ਲੋਕ ਜਿਹੜੇ ਆਪਣੀ ਪੂਜਾ ਕਰਵਾਉਂਦੇ ਨੇ, ਜਿਹੜੇ ਦੇਹਧਾਰੀ ਆਪਣੀ ਦੁਕਾਨ ਚਲਾਉਂਦੇ ਨੇ, ਉਹ ਆਪਣੇ ਅਨੁਸਾਰ ਹੀ ਅਰਥ ਵੀ ਜਿਹੜੇ ਅਨਰਥ ਕਰ ਦਿੰਦੇ ਨੇ। ਇਸੇ ਕਰਕੇ ਅੱਜ ਲੋੜ ਹੈ ਗੁਰਬਾਣੀ ਨਿਯਮਾਂ ਦੇ ਅਨੁਸਾਰ, ਜਿੱਥੇ ਸ਼ੁੱਧ ਰੂਪ ਅੰਦਰ ਪੜ੍ਹਨੀ ਹੈ। ਮਹਾਰਾਜ ਦੇ ਬਚਨ ਨੇ, ਕਲਗੀਧਰ ਗੁਰਦੇਵ ਦੇ ਅੰਮ੍ਰਿਤ ਬਚਨ ਹਜੂਰ ਨੇ ਪਾਵਨ ਹੁਕਮ ਦ੍ਰਿੜ ਕਰਵਾਏ। ਸਿੱਖੋ ਸੁਨੋ ਸੀਖ ਇਹ ਮੇਰੀ, ਪਾਣੀ ਬਾਣੀ ਪੜੋ ਸ਼ੁੱਧ ਗੁਰ ਕੇਰੀ। ਪੜ੍ਹੈ ਮਹਾਤਮ ਲਹੈ ਵਿਸਾਲ, ਹਲਤ ਪਲਤ ਮੈਂ ਹੋਏ ਨਿਹਾਲ। ਸ਼ੁੱਧ ਰੂਪ ਅੰਦਰ ਬਾਣੀ ਪੜ੍ਹਨੀ ਹੈ, ਗੁਰਬਾਣੀ ਨੂੰ ਵਿਚਾਰਨਾ ਹੈ, ਗੁਰਬਾਣੀ ਨੂੰ ਸੁਣਨਾ ਹੈ। ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ। ਪਿੰਗਲ ਦਾ ਪੱਖ ਹੈ, ਇਹ ਸਰਲੇਖ ਭਾਵੇਂ ਸਵਈਏ ਮਿਲਦਾ ਹੈ, ਪਰ ਸੰਗਤ ਜੀ ਇਹਦੇ ਵਿੱਚ ਬਹੁਤ ਛੰਦਾਂ ਦੇ ਨਮੂਨੇ ਨੇ। ਸਤਿਕਾਰਯੋਗ ਗੁਰੂ ਘਰ ਦੇ ਮਹਾਨ ਵਿਦਵਾਨ ਗਿਆਨੀ
ਬਲਵੰਤ ਸਿੰਘ ਜੀ ਕੋਠਾ ਗੁਰੂ ਨਿਰਮਲੇ ਵਿਦਵਾਨ ਮਹਾਂਪੁਰਖ ਹੋਏ ਨੇ। ਕੁਝ ਸਾਲ ਪਹਿਲਾਂ ਹੀ ਉਹਨਾਂ ਦਾ ਚਲਾਣਾ ਹੋਇਆ ਔਰ ਉਹਨਾਂ ਨੇ ਬੜੀ ਮਿਹਨਤ ਦੇ ਨਾਲ, ਘਾਲਣਾ ਦੇ ਨਾਲ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦੰਤੀ ਜੀ ਹੋਰਾਂ ਦੀ ਪ੍ਰੇਰਨਾ ਦਾ ਸਦਕਾ ਕਿ ਆਹ ਕਾਰਜ ਕਰਨ ਵਾਲਾ ਹੈ। ਜਿਹੜੇ ਭੱਟਾਂ ਦੇ ਸਰਲੇਖ ਹੇਠ ਸਵਈਏ ਨੇ, ਇਹਨਾਂ ਦੀ ਛੰਦਾਬੰਦੀ ਔਰ ਇਹਨਾਂ ਦੇ ਜਿਹੜੇ ਨਮੂਨੇ ਨੇ ਵੱਖ-ਵੱਖ, ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ। ਸੋ ਗਿਆਨੀ ਬਲਵੰਤ ਸਿੰਘ ਹੋਰਾਂ ਦਾ ਉਹ ਲੇਖ ਗੁਰਮਤਿ ਪ੍ਰਕਾਸ਼ ਅੰਦਰ ਛਪ ਚੁੱਕਾ ਹੈ, ਜਿਹਦੇ ਅੰਦਰ ਉਹਨਾਂ ਸਪਸ਼ਟ ਕੀਤਾ ਕਿ ਇਹ ਸਰਲੇਖ ਭਾਵੇਂ ਸਵਈਏ ਨੇ, ਪਰ ਇਹਦੇ ਵਿੱਚ ਬਹੁਤ ਸਾਰੇ ਛੰਦ ਮਹਾਰਾਜ ਨੇ ਵਰਤੇ ਨੇ। ਚੌਪੀ ਦੇ ਬੰਦ ਨੇ, ਸੋਰਠੇ ਨੇ, ਦੋਹਰੇ ਨੇ, ਔਰ ਜਿਵੇਂ ਮਹਾਰਾਜ ਦਸਮ ਪਾਤਸ਼ਾਹ ਜੀ ਦੇ ਜਾਪ ਸਾਹਿਬ ਅੰਦਰ ਕੁਝ ਛੰਦ ਆਉਂਦੇ ਨੇ, ਉਹ ਨਮੂਨੇ ਇਸ ਬਾਣੀ ਵਿੱਚੋਂ ਵੀ ਮਿਲਦੇ ਨੇ। ਇਹਦੇ ਵਿੱਚ ਸਿੰਘ ਬਿਲੋਕਣਾ ਛੰਦ ਹੈ, ਇਹਦੇ ਵਿੱਚ ਰੁਵਾਲ ਛੰਦ ਹੈ, ਇਹਦੇ ਵਿੱਚ ਭਗਵਤੀ ਛੰਦ ਮਿਲਦਾ ਹੈ। ਜਦੋਂ ਅਸੀਂ ਛੰਦਾਬੰਦੀ ਦੇ ਤੌਰ ਤੇ ਇਹਨਾਂ ਪਾਵਨ ਅੰਮ੍ਰਿਤ ਬਾਣੀ ਨੂੰ ਦੇਖਾਂਗੇ ਸੰਗਤ ਜੀ, ਇੱਕ ਹੁੰਦੀ ਹੈ ਮਾਤਰਕ ਛੰਦ, ਮਾਤਰਾ ਗਿਣੀਆਂ ਜਾਂਦੀਆਂ ਨੇ, ਇੱਕ ਵਰਣਕ ਅੱਖਰ ਗਿਣੇ ਜਾਂਦੇ ਨੇ। ਔਰ ਜਿਵੇਂ 11 13 ਦੋਹਰਾ ਹੈ, 13 11 ਜਦੋਂ ਲਗਾ ਮਾਤਰਾ ਗਿਣਾਂਗੇ ਉਹ ਸੋਰਠੇ ਦਾ ਰੂਪ ਬਣ ਜਾਏਗਾ। ਇਸ ਤਰ੍ਹਾਂ ਮਹਾਰਾਜ ਦੀ ਇਹ ਪਾਵਨ ਬਾਣੀ ਹੈ। ਇਸ ਬਾਣੀ ਦੇ ਅੰਦਰ, ਇਸ ਅੰਮ੍ਰਿਤ ਬਚਨਾਂ ਦੇ ਅੰਦਰ ਮਹਾਰਾਜ ਨੇ ਕਿਰਪਾ ਕੀਤੀ ਹੈ। ਸਮੁੱਚੀ ਬਾਣੀ ਹੀ ਸੰਗਤ ਜੀ ਉਹ ਮਹਾਨ ਸਤਿਗੁਰਾਂ ਦੀ ਅੰਮ੍ਰਿਤ ਰਚਨਾ ਹੈ, ਜਿਸ ਨੂੰ ਮਹਾਰਾਜ ਦੇ ਆਪਣੇ ਬਚਨੇ ਹਉ ਆਪੋ ਬੋਲ ਨਾ ਜਾਣਦਾ, ਮਹਿ ਕਹਿਆ ਸਭ ਹੁਕਮਾਓ ਜੀਓ। ਇਹ ਮਹਾਰਾਜ ਉਸ ਕਰਤੇ ਦਾ ਹੁਕਮ ਹੈ, ਉਸ ਮਾਲਕ ਦੀ ਵਡਿਆਈ ਹੈ। ਗੁਰੂ ਜੋਤ ਦੀ ਉਪਮਾ ਹੈ। ਗੁਰੂ ਜੋਤ ਪ੍ਰਭੂ ਜੋਤ ਹੈ। ਇਸ ਕਰਕੇ ਪ੍ਰਭੂ ਜੋਤ ਦੀ ਵਡਿਆਈ, ਗੁਰੂ ਜੋਤ ਦੀ ਵਡਿਆਈ ਦਾ ਮਹਾਰਾਜ ਨੇ ਇੱਥੇ ਜ਼ਿਕਰ ਕੀਤਾ। ਸੋ ਆਓ ਪਿਆਰ ਤੇ ਭਾਵਨਾ ਨਾਲ ਅੱਜ ਦੇ ਪਾਵਨ ਜੋ ਸਵਈਏ ਨੇ, ਆਪਾਂ ਲੜੀਵਾਰ ਵਿਚਾਰ ਕਰ ਰਹੇ ਹਾਂ। ਸ਼ਬਦ ਨਾਲ, ਵਿਚਾਰ ਨਾਲ ਜੁੜੀਏ, ਪਿਆਰ ਤੇ ਸ਼ਰਧਾ ਨਾਲ ਸਾਰੇ ਜਪੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਇਆ ਰੰਗ ਬਿਰੰਗ ਕਰਤ, ਭ੍ਰਮ ਮੋਹ ਕੈ ਕੂਪ ਗੁਬਾਰ ਭਰਿਓ ਹੈ। ਸਤਿਗੁਰੂ ਗੁਰਦੇਵ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸੰਗਤ ਜੀ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ, ਜੈਸੇ ਪਿੱਛੇ ਆਪਾਂ ਵਿਚਾਰ ਵਿੱਚ ਦੇਖਿਆ ਕਿ ਮਨੁੱਖ ਦਾ ਜੀਵਨ, ਮਨੁੱਖੀ ਜੀਵਨ ਦਾ ਲਕਸ਼ ਕੀ ਹੈ, ਪਰ ਮਨੁੱਖ ਕਰਦਾ ਕੀ ਹੈ ਸੰਸਾਰ ਅੰਦਰ ਆਣ ਕੇ, ਇਹ ਮਹਾਰਾਜ ਨੇ ਸਾਰਾ ਜ਼ਿਕਰ ਕੀਤਾ। ਔਰ ਮਹਾਰਾਜ ਦੇ ਇਹ ਪਾਵਨ ਬਚਨ, ਧਾਵਨ ਪਾਵਨ ਕੂਰ ਕਮਾਵਨ, ਇਹ ਬਿਦ ਕਰਤ ਔਦ ਤਨ ਜਾਰੀ। ਮਨੁੱਖ ਜਿਹੜਾ ਹੈ ਪਦਾਰਥਾਂ ਦੇ ਪਿੱਛੇ ਦੌੜਦਾ ਇਸ ਤਰ੍ਹਾਂ ਦੇ ਕਰਮ ਕਰਦਿਆਂ ਸਾਰੀ ਉਮਰ ਜਿਹੜੀ ਹੈ ਉਸ ਨੂੰ ਵਿਅਰਥ ਗਵਾ ਲੈਂਦਾ ਹੈ। ਸੰਗਤ ਜੀ ਮਹਾਰਾਜ ਦੀ ਕਿਰਪਾ ਹੋ ਰਹੀ ਹੈ। ਧੰਨ ਗੁਰਦੇਵ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਪਾਵਨ ਧਰਤੀ, ਚਰਨ ਛੋਹ ਪ੍ਰਾਪਤ ਧਰਤੀ, ਜਿਸ ਧਰਤੀ ਤੇ 8 ਗੁਰੂ ਸਾਹਿਬਾਨ ਨੇ ਪਾਵਨ ਆਪਣੇ ਚਰਨ ਪਾਏ। ਸ਼੍ਰੀ ਖਡੂਰ ਸਾਹਿਬ ਦੀ ਪਾਵਨ ਧਰਤੀ, ਜਿਸ ਧਰਤੀ ਦਾ, ਜਿਸ ਪਾਵਨ ਨਗਰ ਦਾ ਨਾਮ ਅੰਮ੍ਰਿਤ ਗੁਰਬਾਣੀ ਅੰਦਰ ਮਹਾਰਾਜ ਨੇ ਔਰ ਭਾਈ ਗੁਰਦਾਸ ਸਾਹਿਬ ਹੋਰਾਂ ਵੀ ਜ਼ਿਕਰ ਕੀਤਾ ਹੈ। ਉਸ ਪਾਵਨ ਧਰਤੀ ਤੇ ਗੁਰੂ ਕੀਆਂ ਮਹਾਨ ਬਖਸ਼ਾਂ ਨੂੰ ਮੰਨਣ ਵਾਲੇ, ਗੁਰੂ ਘਰ ਦੇ ਮਹਾਨ ਨਿਸ਼ਕਾਮ ਸੇਵਕ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਆਪ ਜੀ ਸੰਗਤ ਦੇ ਦਰਮਿਆਨ ਪਹੁੰਚੇ ਨੇ। ਮਹਾਂਪੁਰਖਾਂ ਨੂੰ ਜੀ ਆਇਆਂ ਨੂੰ। ਕੁਝ ਸਮੇਂ ਬਾਅਦ ਉਹਨਾਂ ਨੇ ਆਪ ਜੀ ਦੇ ਸਨਮੁਖ ਹੋਣਾ ਹੈ। ਆਪਾਂ ਉਹਨਾਂ ਤੋਂ ਵਿਚਾਰ ਅਤੇ ਵੱਡੇ ਜਿਹੜੇ ਸੇਵਾ ਦਾ ਕਾਰਜ ਕੁੰਭ ਉੱਥੇ ਚੱਲ ਰਹੇ ਨੇ, ਉਹ ਸਾਰੀ ਵਿਚਾਰ ਸੁਣਾਂਗੇ।
ਆਓ ਗੁਰਬਾਣੀ ਦੇ ਨਾਲ ਫਿਰ ਪਿਆਰ ਨਾਲ ਜੁੜੀਏ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਮਨੁੱਖ ਦਾ ਜੀਵਨ ਹੀ ਇਸ ਤਰ੍ਹਾਂ ਦਾ ਬਣ ਗਿਆ ਕਿ ਧਾਵਨ ਪਾਵਨ ਕੂਰ ਕਮਾਵਨ, ਝੂਠ ਕਮਾਉਣਾ, ਝੂਠ ਬੋਲਣਾ। ਔਰ ਮਹਾਰਾਜ ਕਹਿੰਦੇ ਇਹ ਬਿਦ ਕਰਤ ਔਦ ਤਨ ਜਾਰੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਇਸ ਸਰੀਰ ਨੂੰ, ਇਸ ਉਮਰਾਂ ਨੂੰ ਮਨੁੱਖ ਨੇ ਬੇਅਰਥ ਹੀ ਗਵਾ ਲਿਆ। ਔਰ ਪ੍ਰਮਾਤਮਾ ਦੀ ਉਸਤਤ ਮਹਾਰਾਜ ਕਹਿੰਦੇ ਨੇ ਬ੍ਰਹਮਾਦਿਕ ਸਿਵ ਛੰਦ ਮੁਨੀਸਰ, ਰਸਕ ਰਸਕ ਠਾਕੁਰ ਗੁਣ ਗਾਵਤ। ਜਿਹੜੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਬੜੇ ਬੜੇ ਰਿਸ਼ੀ, ਬ੍ਰਹਮਾ ਵਰਗੇ, ਸ਼ਿਵ ਵਰਗੇ ਮੁਨੀ, ਵੇਦਾਂ ਦੇ ਦੁਆਰਾ ਪ੍ਰਭੂ ਉਸਤਤ ਕਰਦੇ ਨੇ, ਪ੍ਰਭੂ ਵਡਿਆਈ ਕਰਦੇ ਨੇ ਔਰ ਰਸ ਦੇ ਨਾਲ ਪਰਮੇਸ਼ਰ ਦੇ ਗੁਣ ਗਾਇਨ ਕਰਦੇ ਨੇ। ਪਰ ਮਨੁੱਖ ਜਿਸ ਨੂੰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਨਿਆ ਹੈ 84 ਲੱਖ ਜੂਨਾਂ ਦੇ ਵਿੱਚੋਂ, ਉਹ ਮਨੁੱਖ ਦੀ ਜਿਹੜੀ ਹਾਲਤ ਹੈ ਉਹ ਮਹਾਰਾਜ ਨੇ ਇੱਥੇ ਰੱਖੀ ਹੈ। ਅੱਜ ਦੇ ਪਾਵਨ ਬਚਨ ਮਾਇਆ ਰੰਗ ਬੇਰੰਗ ਕਰਤ, ਭ੍ਰਮ ਮੋਹ ਕਾ ਕੂਪ ਗੁਬਾਰ ਭਰਿਓ ਹੈ। ਹਜ਼ੂਰ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨੇ ਭੁਲੇਖੇ ਦੇ ਮੋਹ ਕਾਰਨ ਇਹ ਮਨੁੱਖ ਨੂੰ ਇੱਕ ਭੁਲੇਖਾ ਹੈ, ਇੱਕ ਮਨੁੱਖ ਦੇ ਅੰਦਰ ਭਰਮ ਹੈ। ਭਰਮ ਦੇ ਵਿੱਚ ਹੀ ਪਿਆ ਹੋਇਆ ਮਾਇਆ ਦੇ ਹਨੇਰੇ ਦੇ ਅੰਦਰ, ਜਿਹੜਾ ਮਾਇਆ ਦੇ ਹਨੇਰੇ ਰੂਪੀ ਖੂਹ ਹੈ, ਉਹਦੇ ਵਿੱਚ ਮਹਾਰਾਜ ਕਹਿੰਦੇ ਜੀਵ ਜਿਹੜਾ ਉਹ ਮਨ ਨੂੰ ਡਿੱਗਿਆ ਹੋਇਆ ਹੈ। ਔਰ ਮਾਇਆ ਦੇ ਕਈ ਰੰਗ ਨੇ, ਕਈ ਇਹਨਾਂ ਪਦਾਰਥਾਂ ਦੇ ਕੌਤਕ ਨੇ। ਸੰਗਤ ਜੀ, ਮੈਂ ਵਾਰ-ਵਾਰ ਬੇਨਤੀ ਕਰਦਾ ਅਕਸਰ ਕਿ ਇਹ ਮਾਇਆ, ਇਹ ਧਨ ਮਨੁੱਖ ਦੀ ਲੋੜ ਹੈ, ਮਨੁੱਖ ਦੇ ਜੀਵਨ ਦੀ ਜ਼ਰੂਰਤ ਹੈ, ਜੀਵਨ ਦਾ ਲਕਸ਼ ਨਹੀਂ। ਜੀਵਨ ਦਾ ਲਕਸ਼ ਹੈ ਪ੍ਰਭੂ ਸਿਮਰਨ, ਗੁਰੂ ਵਡਿਆਈ। ਔਰ ਅਸੀਂ ਜੀਵਨ ਦਾ ਲਕਸ਼ ਪਦਾਰਥਾਂ ਨੂੰ, ਧਨ ਦੌਲਤ ਨੂੰ ਮੰਨ ਬੈਠੇ। ਇਹੀ ਕਾਰਨ ਬਣਦਾ ਹੈ ਕਿ ਪਦਾਰਥ, ਇਹ ਧਨ ਦੌਲਤ ਜਿਹੜੀ ਹੈ, ਇੱਕ ਨਾ ਇੱਕ ਦਿਨ ਮਨੁੱਖ ਦੇ ਆਪਣੇ ਹੀ ਪਸਾਰੇ ਹੋਏ ਇਸ ਜਾਲ ਵਿੱਚ ਮਨੁੱਖ ਫਸਦਾ ਹੈ। ਫਿਰ ਮਨੁੱਖ ਦਾ ਇਹ ਲੋਕ ਤੇ ਪਰਲੋਕ ਜਿਹੜਾ ਹੈ ਉਹ ਸੁਹੇਲਾ ਬਣਨ ਦੀ ਬਜਾਏ ਇਸ ਤਰ੍ਹਾਂ ਦਾ ਜੀਵਨ ਬਣ ਜਾਂਦਾ ਹੈ। ਮਨੁੱਖ ਪ੍ਰਭੂ ਦਰ ਤੋਂ ਵੀ ਟੁੱਟ ਕੇ ਫਿਰ ਬਹੁਤ ਸਜਾਏ ਪਿਆ ਦੇਸ ਲੰਮੇ, ਵਾਰ-ਵਾਰ ਆਉਂਦਾ ਹੈ, ਵਾਰ-ਵਾਰ ਜੰਮਦਾ ਹੈ। ਜਿਵੇਂ ਮਹਾਰਾਜ ਦੇ ਇੱਥੇ ਬਚਨ ਸਨ, ਪਸ ਪੰਖੀ ਅਸਥਾਵਰ ਬਹੁ ਬਿਦ ਜੋਨ ਭ੍ਰਮਿਓ ਅਤ ਭਾਰੀ। ਬਹੁਤ ਜਨਮਾਂ ਵਿੱਚ ਫਿਰਦਾ। ਮਹਾਰਾਜ ਕਹਿੰਦੇ ਭ੍ਰਮ ਦੇ ਮੋਹ ਕੂਹ ਦੇ ਵਿੱਚ ਇਹ ਮਨੁੱਖ ਪਿਆ ਹੋਇਆ ਹੈ। ਏਤਾ ਗਬ ਆਕਾਸ ਨ ਮਾਵਤ, ਬਿਸਟਾ ਅਸਤ ਕ੍ਰਿਮ ਉਦਰ ਭਰਿਓ ਹੈ। ਮਹਾਰਾਜ ਕਹਿੰਦੇ ਨੇ ਪਦਾਰਥਾਂ ਵਿੱਚ ਲੱਗਿਆ ਹੋਇਆ ਮਨੁੱਖ ਜਿਹੜਾ ਹੈ, ਇਸ ਤਰ੍ਹਾਂ ਦੇ ਮਾਇਆ ਇਹਦੇ ਤੋਂ ਕੌਤਕ ਕਰਾਉਂਦੀ ਹੈ। ਇਸ ਤਰ੍ਹਾਂ ਦਾ ਜੀਵਨ ਬਣ ਜਾਂਦਾ ਹੈ ਕਿ ਮਨੁੱਖ ਹੰਕਾਰੀ ਹੋ ਜਾਂਦਾ ਹੈ। ਫਿਰ ਮਨੁੱਖ ਜਿਹੜਾ ਹੈ ਏਤਾ ਗਾਬ ਆਕਾਸ ਨਾ ਮਾਵਤ, ਆਕਾਸ਼ ਤੱਕ ਮੌਂਦਾ ਨਹੀਂ। ਇਹ ਮਨੁੱਖ ਜਿਹੜਾ ਥੱਲੇ ਨਹੀਂ ਰੁਕਦਾ। ਔਰ ਸਾਹਿਬ ਕਹਿੰਦੇ ਨੇ ਇਹ ਮਨੁੱਖ ਦਾ ਭੁਲੇਖਾ ਹੈ। ਮਨੁੱਖ ਦੀ ਪਾਇਆ ਕੀ ਹੈ, ਮਨੁੱਖੀ ਜੀਵਨ ਦੀ ਹੋਂਦ ਕੀ ਹੈ। ਸੰਗਤ ਜੀ, ਭਗਤ ਜੀ ਦੇ ਬਚਨ ਨੇ, ਕਬੀਰਾ ਧੂਰ ਸਕੇਲ ਕੇ ਪੁਰੀਆ ਬੰਦੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਇਹ ਮਿੱਟੀ ਦੀ ਪੁੜੀ ਹੈ। ਇਹ ਮਹਾਰਾਜ ਕਰਤਾ ਪੁਰਖ ਨੇ, ਪਰਮੇਸ਼ਰ ਨੇ ਇਸ ਨੂੰ ਸਵਾਰਿਆ, ਸ਼ਿੰਗਾਰਿਆ। ਪਰ ਮਨੁੱਖ ਦੀ ਹੋਂਦ ਜਿਹੜੀ ਹੈ, ਜਦੋਂ ਪਰਮੇਸ਼ਰ ਨੂੰ ਭੁੱਲ ਜਾਵੇ ਤਾਂ ਹਜ਼ੂਰ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਮਾਲਕ ਤੋਂ, ਪਰਮੇਸ਼ਰ ਤੋਂ ਦੂਰ ਹੋ ਜਾਈਏ, ਮਹਾਰਾਜ ਕਹਿੰਦੇ ਕਿਸ ਗੱਲ ਦਾ ਹੰਕਾਰ ਕਰਨਾ ਹੈ।
किस गल दी हौमै है इस मनुख नूं, इस शरीर नूं। तां सतगुरु कहिंदे ਇਹ ਇੰਨਾ ਹੰਕਾਰ ਕਰਦਾ, ਪਰ ਮਹਾਰਾਜ ਕਹਿੰਦੇ ਨੇ ਬਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ। ਐ ਮਨੁੱਖ ਤੇਰੀ ਹਸਤੀ ਕੇਵਲ ਇੰਨੀ ਕੁ ਹੈ, ਤੇਰੇ ਅੰਦਰ ਬਹੁਤ ਸਾਰੀ ਗੰਦਗੀ ਹੈ। ਹੱਡੀਆਂ ਤੇ ਕੀੜਿਆਂ ਦੇ ਨਾਲ ਤੇਰਾ ਸਰੀਰ ਜਿਹੜਾ ਹੈ ਮੱਝਾ ਰੁਦਰ ਦੁਰਗੰਧਾ। ਜਿਹੜੇ ਸਤਿਗੁਰਾਂ ਦੇ ਪਾਵਨ ਗਾਥਾ ਬਾਣੀ ਅੰਦਰ ਬਚਨ ਅੱਗੇ ਆਣਗੇ ਮਹਾਰਾਜ ਦੇ, ਉਹ ਬਚਨ ਮਹਾਰਾਜ ਕਹਿੰਦੇ ਸਰੀਰ ਦੀ ਹਾਲਤ ਇਸ ਤਰ੍ਹਾਂ ਦੀ ਹੈ। ਇਹ ਸਰੀਰ ਜਿਹੜਾ ਹੱਡ ਮਿੱਧ ਇਸ ਤਰ੍ਹਾਂ ਦਾ ਅੰਦਰੋਂ ਬਣਿਆ ਹੋਇਆ ਹੈ। ਬਾਹਰੋਂ ਦਿਖਾਵੇ ਦੇ ਨਾਲ ਮਨੁੱਖ ਦਾ ਜੀਵਨ ਜਿਹੜਾ ਹੈ ਤਰ੍ਹਾਂ ਤਰ੍ਹਾਂ ਦੇ ਮਨੁੱਖ ਹਾਰ ਸ਼ਿੰਗਾਰ ਕਰਕੇ ਦੂਸਰਿਆਂ ਨੂੰ ਦਿਖਾਉਣ ਦਾ ਯਤਨ ਕਰਦਾ, ਪਰ ਹਜੂਰ ਕਹਿੰਦੇ ਨਹੀਂ। ਅਸਲ ਜੇ ਜੀਵਨ ਅੰਦਰ ਹਾਰ ਸ਼ਿੰਗਾਰ ਕਰਨੇ ਨੇ ਤਾਂ ਹਜੂਰ ਦੇ ਬਚਨ ਨੇ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ। ਜਿਹੜੇ ਦੈਵੀ ਗੁਣ ਨੇ ਉਹਨਾਂ ਨੂੰ ਆਤਮਾ ਦਾ ਸ਼ਿੰਗਾਰ ਬਣਾਵਾਂਗੇ ਤਾਂ ਉਹ ਆਤਮਾ ਸੁਰਖਰੂ ਹੋਵੇਗੀ। ਉਹ ਆਤਮਾ ਹੀ ਪਰਮ ਆਤਮਾ ਪਰਮਾਤਮਾ ਵਿੱਚ ਲੀਨ ਅਭੇਦ ਹੋ ਸਕਦੀ ਹੈ। ਹਜੂਰ ਕਹਿੰਦੇ ਮਨੁੱਖ ਦੀ ਹਾਲਤ ਹੈ ਦਾਹ ਦਿਸ ਧਾਏ, ਮਹਾ ਵਿਖਿਆ ਕਉ ਪਾਰ ਧਨ ਸ਼ੀਨ, ਅਗਿਆਨ ਹਰਿਓ ਹੈ। ਮਨੁੱਖ ਜਿਹੜਾ ਹੈ ਪਦਾਰਥਾਂ ਦੀ ਖਾਤਰ ਦਸਾਂ ਦਸਾਵਾਂ ਵਿੱਚ ਦੌੜਦਾ ਫਿਰਦਾ ਹੈ। ਮਨੁੱਖ ਦੀ ਹਾਲਤ ਹੈ ਦੁਆਰੇ ਦੁਆਰ ਸਵਾਨ ਜਿਉਂ ਡੋਲਤ। ਜਿਵੇਂ ਕੁੱਤਾ ਦੁਆਰ ਦੁਆਰ ਤੇ ਕੂਕਰ ਜਾਂਦਾ ਹੈ ਕੁਝ ਖਾਣ ਦੇ ਲਈ, ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਬਣ ਗਈ ਹੈ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਨੇ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੇ। ਪਰਪੰਚ ਕਰਕੇ ਠੱਗੀਆਂ ਮਾਰ ਕੇ ਮਨੁੱਖ। ਔਰ ਮਹਾਰਾਜ ਨੇ ਪਿੱਛੇ ਜਿਹੜੇ ਬਚਨ ਕਹੇ ਸਨ ਕਿ ਮਨੁੱਖ ਦੀ ਹਾਲਤ ਇਹ ਬਣ ਗਈ, ਮਨੁੱਖ ਦੇ ਜੀਵਨ ਦੀ ਦਸ਼ਾ ਇਹ ਬਣ ਗਈ ਕਿ ਮਨੁੱਖ ਨੇ ਆਪਣਿਆਂ ਨੂੰ ਵੀ, ਆਪਣਿਆਂ ਤੋਂ ਵੀ ਮਨੁੱਖ ਜਿਹੜਾ ਹੈ ਧਨ ਨੂੰ ਲੁਕਾਉਂਦਾ ਹੈ ਔਰ ਆਪਣਿਆਂ ਦਾ ਧਨ ਚਰਾਉਂਦਾ ਵੀ ਹੈ। ਇਹੀ ਕਾਰਨ ਹੈ ਸੰਗਤ ਜੀ, ਭਰਾ ਦਾ ਦੁਸ਼ਮਣ ਬਣ ਰਿਹਾ ਹੈ। ਪਿਤਾ ਤੇ ਪੁੱਤਰ ਦਾ ਦੁਸ਼ਮਣ ਦੇ ਕਿੱਸੇ ਜਿਹੜੇ ਅਖਬਾਰਾਂ ਰਾਹੀਂ ਅਸੀਂ ਰੋਜ਼ਾਨਾ ਸੁਣਦੇ ਹਾਂ। ਇਹਦਾ ਕਾਰਨ ਕੀ ਹੈ ਕਿ ਮਨੁੱਖ ਨੇ ਸਹਿਜ ਨੂੰ, ਸੰਜਮ ਨੂੰ ਔਰ ਮਨੁੱਖ ਨੇ ਉਸ ਮਾਲਕ ਦੇ ਹੁਕਮ ਨੂੰ, ਜਿਹੜਾ ਮਹਾਰਾਜ ਨੇ ਕਿਹਾ ਸੀ ਸੰਤੋਖ, ਉਸ ਨੂੰ ਭੁੱਲ ਕੇ ਜਦੋਂ ਮਨੁੱਖ ਇਸ ਤਰ੍ਹਾਂ ਕਰਦਾ ਹੈ ਤਾਂ ਹਜੂਰ ਕਹਿੰਦੇ ਦਾਹ ਦਿਸ ਧਾਏ, ਮਹਾ ਵਿਖਿਆ ਕਉ ਪਾਰ ਧਨ ਸ਼ੀਨ, ਅਗਿਆਨ ਹਰਿਓ ਹੈ। ਇਸ ਤਰ੍ਹਾਂ ਮਨੁੱਖ ਜਿਹੜਾ ਪਰਾਇਆ ਧਨ ਖੋਂਦਾ ਹੈ ਔਰ ਮਹਾਰਾਜ ਕਹਿੰਦੇ ਪਰਾਏ ਧਨ ਨੂੰ ਚਰਾਉਣ ਦੇ ਲਈ ਹਰ ਤਰ੍ਹਾਂ ਦੇ ਯਤਨ ਕਰਦਾ ਹੈ। ਇਹ ਅਗਿਆਨ ਹੈ, ਮਨੁੱਖ ਨੇ ਅਗਿਆਨਤਾ ਵਿੱਚ ਠੱਗਿਆ ਜਾ ਰਿਹਾ ਹੈ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਰਦਿਆਂ ਜੋਬਨ ਬੀਤ ਜਰਾ ਰੋਗ ਗਰਸਿਓ, ਜਮ ਦੂਤਨ ਡੰਡ ਮਿਰਤ ਮਾਰਿਓ ਹੈ। ਸਭ ਕਹਿੰਦੇ ਇਸ ਤਰ੍ਹਾਂ ਕਰਦਿਆਂ ਇਹ ਜਵਾਨੀ ਜਿਹੜੀ ਹੈ ਇਹ ਲੰਘ ਜਾਂਦੀ ਹੈ। ਬੁਢੇਪੇ ਦਾ ਰੋਗ ਮਨੁੱਖ ਨੂੰ ਆਣ ਕੇ ਘੇਰ ਲੈਂਦਾ ਹੈ ਔਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਫਿਰ ਇੱਕ ਦਿਨ ਜਮਦੂਤਾਂ ਦਾ ਸਮਾਂ ਆ ਜਾਂਦਾ ਹੈ। ਉਸ ਵੇਲੇ ਫਿਰ ਮਹਾਰਾਜ ਦੇ ਬਚਨ ਨੇ ਜੋ ਡਰਨਾ ਖੇਤ ਮਾਹੇ ਡਰਾਇਆ। ਆਪਾਂ ਜਾਣਦੇ ਹਾਂ ਜਦੋਂ ਖੇਤੀ ਕਰਦੇ ਹਾਂ ਫਸਲ ਨੂੰ ਬਚਾਉਣ ਦੇ ਲਈ ਇੱਕ ਮਨੁੱਖੀ ਪੁਤਲਾ ਜਿਹੜਾ ਹੈ ਤਿਆਰ ਕਰਕੇ ਫਸਲਾਂ ਵਿੱਚ ਰੱਖਿਆ ਖੜਾ ਕੀਤਾ ਜਾਂਦਾ ਹੈ। ਡਰਨਾ ਇਸ ਤਰ੍ਹਾਂ ਦੀ ਮਨੁੱਖ ਦੀ ਹਾਲਤ ਬਣ ਜਾਂਦੀ ਹੈ। ਮਨੁੱਖ ਦੇ ਜੀਵਨ ਦੀ ਦਸ਼ਾ ਜਦੋਂ ਜਮਦੂਤਾਂ ਦੀ ਨੇੜਤਾ ਬਣਦੀ ਹੈ ਫਿਰ ਮਹਾਰਾਜ ਕਹਿੰਦੇ ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ ਲਖ ਸਿੰਗਾਰ ਬਣਾਇਆ, ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ, ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਫਿਰ ਕਿਸੇ ਨੂੰ ਭੇਦ ਨਹੀਂ ਮਿਲਦਾ, ਆਪਣੇ ਵੀ ਪਰਾਏ ਹੋ ਜਾਂਦੇ ਨੇ, ਕਿਉਂਕਿ ਆਪਣਿਆਂ ਨੂੰ ਪਹਿਲਾਂ ਪਰਾਏ ਆਪ ਮਨੁੱਖ ਬਣਾਉਂਦਾ ਹੈ
ਆਪ ਮਨੁੱਖ ਧਨ ਦਾ ਪਦਾਰਥਾਂ ਦੇ ਲਾਲਚ ਵਿੱਚ ਇਹ ਸਾਰਾ ਕੁਝ ਕਰਦਾ। ਹਜੂਰ ਕਹਿੰਦੇ ਨੇ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ। ਇਸ ਤਰ੍ਹਾਂ ਫਿਰ ਮਨੁੱਖ ਜਿਹੜਾ ਹੈ ਬਹੁਤ ਸਜਾਏ ਪਿਆ ਦੇਸ ਲੰਮੇ, ਕਈ ਜੂਨਾਂ ਮਿਲਦੀਆਂ ਨੇ, ਕਈ ਜਨਮ ਪਏ ਗਜਮੀਨ ਕੁਰੰਗਾ। ਪੂਰਾ ਸ਼ਬਦ ਜਿਹੜਾ ਮਹਾਰਾਜ ਦਾ ਹੈ ਉਹਦੇ ਵਿੱਚ ਇੱਕ ਇੱਕ ਜੂਨ ਦਾ ਮਹਾਰਾਜ ਨੇ ਜ਼ਿਕਰ ਕੀਤਾ। ਸਭ ਕਹਿੰਦੇ ਬੜੇ ਕਸ਼ਟ ਭੋਗਦਾ ਹੈ ਔਰ ਜਮਾਂ ਦੀ ਤਾੜਨਾ ਦੇ ਦੁੱਖਾਂ ਦੇ ਟੋਏ ਵਿੱਚ ਗਲਦਾ ਹੈ। ਸਾਸਨ ਦੂਖ ਗਰਤ ਗਰਿਓ ਹੈ। ਹਾਂ, ਮਹਾਰਾਜ ਕਹਿੰਦੇ ਇਹ ਤਾਂ ਉਸ ਮਨੁੱਖ ਦੀ ਗੱਲ ਹੈ ਜਿਹੜਾ ਮਨੁੱਖ ਪ੍ਰਭੂ ਦਰ ਤੋਂ ਟੁੱਟ ਗਿਆ, ਜਿਹੜਾ ਮਾਲਕ ਦੇ ਦਰ ਤੋਂ ਦੂਰ ਹੋ ਗਿਆ, ਕੇਵਲ ਸੰਸਾਰ ਦੇ ਪਦਾਰਥਾਂ ਨੂੰ ਸਾਰਾ ਕੁਝ ਮੰਨ ਬੈਠਾ, ਪਰ ਦੂਸਰੇ ਪਾਸੇ ਪ੍ਰੇਮ ਭਗਤ ਉਦਰਹਿ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ। ਮਹਾਰਾਜ ਕਹਿੰਦੇ ਦੂਸਰੇ ਪਾਸੇ ਉਹ ਮਨੁੱਖ ਨੇ ਜਿਨ੍ਹਾਂ ਨੂੰ ਗੁਰਬਾਣੀ ਅੰਦਰ ਗੁਰਮੁਖ ਭਗਤ ਸੰਤ ਸਚਿਆਰ ਸਿੱਖ ਆਖਿਆ ਹੈ। ਉਹ ਮਾਲਕ ਦੀ ਬਖਸ਼ਿਸ਼ ਦੇ ਨਾਲ ਪਰਮੇਸ਼ਰ ਦੇ ਭਾਣੇ ਵਿੱਚ ਜਦੋਂ ਜੀਵਨ ਜਿਉਂਦੇ ਨੇ ਤਾਂ ਮਹਾਰਾਜ ਕਹਿੰਦੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਣ। ਉਹ ਸਤਿਗੁਰੂ ਦੇ ਦਰ ਪਾਸ ਬੈਠ ਕੇ ਸਦਾ ਨਾਮ ਦੀ ਘਾਲਣਾ ਕਰਦੇ ਨੇ। ਉਹ ਕੀਰਤੀ ਮਾਲਕ ਦੀ ਬਖਸ਼ਿਸ਼ ਕਿਰਤ ਕਰਦਿਆਂ ਕਰਦਿਆਂ ਪ੍ਰਭੂ ਦੀ ਕੀਰਤੀ ਨਾਲ ਜੁੜੇ ਰਹਿੰਦੇ ਨੇ। ਉਹਨਾਂ ਦੇ ਜੀਵਨ ਅੰਦਰ ਮਹਾਰਾਜ ਕਹਿੰਦੇ ਕਿਰਪਾ ਹੁੰਦੀ। ਪ੍ਰੇਮ ਭਗਤ ਉਦਰਹਿ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ। ਹਜੂਰ ਕਹਿੰਦੇ ਉਹ ਮਨੁੱਖ ਪ੍ਰਭੂ ਦੀ ਪ੍ਰੇਮਾ ਭਗਤੀ ਦੀ ਬਰਕਤ ਦੇ ਨਾਲ ਪਾਰ ਲੰਘਦੇ ਨੇ, ਜਿਨ੍ਹਾਂ ਨੂੰ ਮਾਲਕ ਹਰੀ ਪਰਮੇਸ਼ਰ ਨੇ ਆਪ ਸੰਤ ਬਣਾ ਲਿਆ, ਆਪ ਗੁਰਮੁਖ ਬਣਾ ਲਿਆ, ਸਚਿਆਰ ਬਣਾ ਲਿਆ। ਉਹ ਇਸ ਭਵਜਲ ਸੰਸਾਰ ਤੋਂ ਪਾਰ ਲੰਘਦੇ ਨੇ। ਉਹਨਾਂ ਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸਵਈਏ ਦੇ ਅੰਦਰ ਕਿਰਪਾ ਕੀਤੀ ਹੈ। ਮਨੁੱਖੀ ਜੀਵਨ ਦੀ ਸਾਡੀ ਹਾਲਤ ਔਰ ਕਿਵੇਂ ਪਾਰ ਲੰਘਣਾ ਹੈ, ਮੁੱਖ ਰੂਪ ਅੰਦਰ ਮਹਾਰਾਜ ਨੇ ਕਿਹਾ ਪ੍ਰੇਮ ਭਗਤ ਉਦਰਹਿ ਸੇ ਨਾਨਕ। ਜਿਹੜੇ ਪ੍ਰੇਮ ਦੇ ਨਾਲ, ਕੱਲ ਵੀ ਬੇਨਤੀ ਕੀਤੀ ਸੰਗਤ ਜੀ, ਨੱਚਿਆ ਟੱਪਿਆ ਭਗਤ ਨਾ ਹੋਏ। ਅੱਜ ਬਹੁਤਾਤ ਸਾਡੀ ਹਾਲਤ ਇਸ ਤਰ੍ਹਾਂ ਦੀ ਹੋ ਗਈ, ਅਜੇ ਤੱਕ ਅਸੀਂ ਇੱਕ ਸਵਾਲ ਲੈ ਕੇ ਹੀ ਤੁਰੇ ਫਿਰ ਰਹੇ ਹਾਂ, ਨਾਮ ਕਿਵੇਂ ਜਪਿਆ ਜਾਵੇ, ਕਦੋਂ ਜਪਿਆ ਜਾਵੇ। ਮਹਾਰਾਜ ਕਹਿੰਦੇ ਪੁੱਛਣ ਦੀ ਜ਼ਰੂਰਤ ਨਹੀਂ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਨਣਾ ਗੁਰ ਨਾਉ। ਇਸ ਪਾਵਨ ਪੰਕਤੀ ਦੇ ਅਰਥਾਂ ਨੂੰ ਸਮਝ ਲਵਾਂਗੇ ਤਾਂ ਸੱਚ ਹੈ ਕਿਸੇ ਦੇਹਧਾਰੀ ਦੇ ਡੇਰੇ ਤੇ ਜਾ ਕੇ ਪੁੱਛਣ ਦੀ ਲੋੜ ਨਹੀਂ ਪਵੇਗੀ। ਆਪਣੇ ਆਪ ਸੰਗਤੀ ਰੂਪ ਅੰਦਰ ਗੁਰੂ ਦੇ ਦਰ ਨਾਲ ਰੋਜ਼ਾਨਾ ਜੁੜਾਂਗੇ, ਪਰਮੇਸ਼ਰ ਦੀ ਯਾਦ ਵਿੱਚ ਜੁੜਾਂਗੇ ਤਾਂ ਮਹਾਰਾਜ ਕਹਿੰਦੇ ਪ੍ਰੇਮ ਭਗਤ ਉਦਰਹਿ ਸੇ ਨਾਨਕ। ਗੁਰੂ ਕਲਗੀਧਰ ਮਹਾਰਾਜ ਦੇ ਬਚਨ ਆਪਾਂ ਰੋਜ਼ਾਨਾ ਪੜ੍ਹਦੇ ਸੁਣਦੇ ਹਾਂ। ਸਾਜ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਕਿੱਥੋਂ ਮਿਲਣਾ ਸੰਗਤ ਜੀ? ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਐ, ਕਬਹੂ ਨ ਹੋਵੈ ਭੰਗ ਨਾਨਕ ਹਰ ਗੁਣ ਗਾਈਏ। ਮਹਾਰਾਜ ਕਿਰਪਾ ਕਰਨ, ਸਤਿਗੁਰੂ ਜੀ ਦਇਆ ਕਰਨ। ਇਹ ਪਾਵਨ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਸਵਈਏ ਜੋ ਪੱਟਾਂ ਦੇ ਸਰਲੇਖ ਹੇਠ ਗੁਰੂ ਉਸਤਤ, ਗੁਰੂ ਵਡਿਆਈ, ਪ੍ਰਭੂ ਵਡਿਆਈ ਦਾ ਜ਼ਿਕਰ ਹੈ। ਸਾਨੂੰ ਸਾਰਿਆਂ ਨੂੰ ਮਹਾਰਾਜ ਦੇ ਇਹ ਉਪਦੇਸ਼ ਹਿਰਦਿਆਂ ਅੰਦਰ ਵਸਣ ਤਾਂ ਕਿ ਪਿਆਰ ਭਾਵਨਾ ਤੇ ਸ਼ਰਧਾ ਨਾਲ ਮਾਲਕ ਦੇ ਚਰਨਾਂ ਵਿੱਚ ਜੁੜ ਸਕੀ। ਆਓ ਸਾਧ ਸੰਗਤ ਜੀ, ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, 1-2 ਮਿੰਟ ਵਿੱਚ ਬੇਨਤੀ ਕਰਾਂ। ਬਾਕੀ ਪ੍ਰਬੰਧਕ ਸਾਹਿਬਾਨ ਆਪ ਸਾਰਾ ਬਾਬਾ ਜੀ ਹੋਰੀ ਆਪ ਆਏ ਨੇ। ਜਿੱਥੇ ਬਾਬਾ ਜੀ ਹੋਰਾਂ ਨੂੰ ਦਾਸ ਨਿੱਜੀ ਤੌਰ ਤੇ ਜੀ ਆਇਆਂ ਆਖਦਾ ਹੈ, ਇੱਥੇ ਆਉਣ ਤੇ ਗੁਰਮੁਖਾਂ ਵੱਲੋਂ, ਇਹਨਾਂ ਮਹਾਂਪੁਰਖਾਂ ਵੱਲੋਂ ਸੰਗਤ ਜੀ ਬਹੁਤ ਵੱਡੇ ਜਿਹੜੇ ਕਾਰਜ ਨੇ। ਆਮ ਤੌਰ ਤੇ ਇੱਕ ਸਾਡਾ ਸੁਭਾਅ ਔਰ ਇੱਕ ਪਛਾਣ ਜੀ ਬਣ ਗਈ ਸੀ
कि जिस किसी ने चोला पाया है, गोल दस्तार बन्नी है, ਉਹਦੇ ਤੋਂ ਕੋਈ ਧਰਮ ਦੀ, ਕੋਈ ਸਮਾਜ ਦੀ ਜਿਹੜੀ ਹੈ ਆਸ ਭਲੇ ਦੀ ਨਹੀਂ ਕੀਤੀ ਜਾ ਸਕਦੀ। ਪਰ ਉਸ ਪਿਰਤ ਨੂੰ ਇਸ ਸੰਸਥਾ ਨੇ ਆਰੰਭ ਤੋਂ ਹੀ ਨੇੜੇ ਨਹੀਂ ਆਉਣ ਦਿੱਤਾ। ਮਹਾਰਾਜ ਦੀ ਕਿਰਪਾ ਦੇ ਨਾਲ ਖਡੂਰ ਸਾਹਿਬ ਦੀ ਪਾਵਨ ਧਰਤੀ ਤੋਂ ਜਿੰਨੇ ਵੀ ਮਹਾਂਪੁਰਖ ਬਾਬਾ ਉੱਤਮ ਸਿੰਘ ਜੀ ਹੋਰਾਂ ਨੇ ਸੇਵਾਵਾਂ ਕੀਤੀਆਂ ਔਰ ਬਾਬਾ ਜੀ ਹੋਰਾਂ ਨੂੰ ਇਹ ਸੇਵਾਵਾਂ ਪ੍ਰਾਪਤ ਹੋਈਆਂ, ਜਿੱਥੇ ਅਨੇਕਾਂ ਹੀ ਗੁਰਧਾਮਾਂ ਦੀਆਂ ਸੇਵਾਵਾਂ ਕੀਤੀਆਂ ਔਰ ਕਰਵਾ ਰਹੇ ਨੇ। ਮੈਂ ਪਿੱਛੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ, ਗੁਰਦੁਆਰਾ ਡੇਰਾ ਬਾਬਾ ਨਾਨਕ, ਉੱਥੇ ਦਰਸ਼ਨ ਕੀਤੇ। ਵਾਕਿਆ ਮਹਾਰਾਜ ਦੀ ਬਖਸ਼ਿਸ਼, ਸੁੰਦਰ ਇਮਾਰਤ ਔਰ ਬੇਅੰਤ ਸੰਗਤਾਂ ਜਿਹੜੀਆਂ ਉੱਥੇ ਬੈਠ ਕੇ ਅੰਮ੍ਰਿਤ ਬਾਣੀ ਦਾ ਰਸ ਜਿਹੜਾ ਰੋਜ਼ਾਨਾ ਪੁੰਚ ਰਹੀਆਂ ਨੇ। ਇਹ ਪੱਖ ਸੇਵਾਵਾਂ ਦਾ ਸੀ, ਸਾਡੀਆਂ ਇਮਾਰਤਾਂ ਨੂੰ ਸੰਭਾਲਣਾ। ਦੂਸਰਾ ਪੱਖ ਸੀ ਵਿਦਿਆ ਦਾ। ਵਿਦਿਆ ਦੇ ਖੇਤਰ ਵਿੱਚ ਮੈਂ ਸਮਝਦਾ ਹਾਂ ਇਸ ਸਮੇਂ ਜੇ ਕਿਸੇ ਨੂੰ ਆਪਾਂ ਦੇਖੀਏ ਤਾਂ ਬਾਬਾ ਸੇਵਾ ਸਿੰਘ ਜੀ ਹੋਰਾਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਹੋਰ ਬਹੁਤ ਸਾਰੀਆਂ ਸੰਸਥਾਵਾਂ ਕਾਰਜ ਕਰ ਰਹੀਆਂ ਨੇ, ਪਰ ਸੰਗਤ ਜੀ ਕਿਸੇ ਨਾ ਕਿਸੇ ਕਾਰਨ ਉਹਨਾਂ ਸੰਸਥਾਵਾਂ ਦੇ ਵਿੱਚ ਵੀ ਕੁਝ ਲੋਕਾਂ ਦੇ, ਸੰਗਤਾਂ ਦੇ ਗਿਲੇ ਸ਼ਿਕਵੇ ਆ ਰਹੇ ਨੇ। ਪਰ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ 500 ਸਾਲਾ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ ਤਾਂ ਸੰਗਤਾਂ ਨੂੰ ਬਾਬਾ ਜੀ ਨੇ ਆਵਾਜ਼ ਦਿੱਤੀ, ਸੰਗਤਾਂ ਹਾਜ਼ਰ ਹੋਈਆਂ। ਉੱਥੇ ਇੱਕ ਬਹੁਤ ਸੁੰਦਰ ਇਮਾਰਤ ਜਿਹੜੀ ਹੈ, ਜਿਸ ਦਾ ਨਾਮ ਹੀ ਨਿਸ਼ਾਨੇ ਸਿੱਖੀ ਰੱਖਿਆ ਗਿਆ, ਉਸ ਇਮਾਰਤ ਦੇ ਅੰਦਰ ਕੇਵਲ ਇਮਾਰਤ ਤਿਆਰ ਹੀ ਨਹੀਂ ਕੀਤੀ, ਆਧੁਨਿਕ ਸਹੂਲਤਾਂ ਦੇ ਨਾਲ ਤੁਸੀਂ ਇੱਥੇ ਬੈਠੇ ਹੀ ਆਨਲਾਈਨ ਉੱਤੇ ਹੋ ਰਹੇ ਹਰ ਕਾਰਜ ਨੂੰ ਦੇਖ ਸਕਦੇ ਹੋ। ਫਿਰ ਹਰ ਮੰਜ਼ਿਲ ਦੇ ਵਿੱਚ ਇੱਕ ਇੱਕ ਜਿਹੜਾ ਕਾਰਜ ਹੈ ਬਹੁਤ ਵੱਡਾ। ਜਿਹੜੀ ਸਾਡੀ ਮੰਗ ਹੈ ਕਿ ਸਿੱਖ ਬੱਚੇ ਬੱਚੀਆਂ ਅੱਜ ਸਰਕਾਰਾਂ ਦੇ ਵਿੱਚ, ਅੱਜ ਰਾਜ ਸਿੰਘਾਸਨਾਂ ਤੋਂ ਪਿੱਛੇ ਜਾ ਰਹੇ ਨੇ। ਬਹੁਤ ਸਾਰੇ ਬੱਚੇ ਉੱਥੇ ਮੈਡੀਕਲ ਲਾਈਨ ਦੇ ਔਰ ਆਰਮੀ ਦੇ ਵਿੱਚ ਬੱਚੀਆਂ, ਫਿਰ ਇਸੇ ਤਰ੍ਹਾਂ ਏਅਰਫੋਰਸ ਦੇ ਵਿੱਚ, ਇਹ ਸਾਰੇ ਕਾਰਜ ਬਾਬਾ ਜੀ ਦੇ ਚੱਲ ਰਹੇ ਨੇ। ਪਰ ਸਭ ਤੋਂ ਵੱਡਾ ਕਾਰਜ ਹੈ ਉੱਥੇ ਗੁਰਬਾਣੀ ਸੰਥਿਆ, ਗੁਰਬਾਣੀ ਗਿਆਨ ਦਾ, ਜਿਹਦੇ ਅੰਦਰ ਸਿੰਘ ਸਾਹਿਬ ਸੱਚਖੰਡ ਵਾਸੀ ਗਿਆਨੀ ਜੋਗਿੰਦਰ ਸਿੰਘ ਜੀ ਵੇਦੰਤੀ ਜੀ ਹੋਰਾਂ ਨੂੰ ਸਿੰਘ ਸਾਹਿਬ ਜੀ ਹੋਰਾਂ ਨੇ ਔਰ ਬਾਬਾ ਜੀ ਹੋਰਾਂ ਨੇ ਆਵਾਜ਼ ਦਿੱਤੀ। ਸਿੰਘ ਸਾਹਿਬ ਜੀ ਨੇ ਆਪ ਜਾ ਕੇ ਆਪਣਾ ਸਾਰਾ ਸਮਾਂ ਜੀਵਨ ਦੇ ਆਖਰੀ ਸਾਲ ਜਿਹੜੇ ਸਮਰਪਿਤ ਕੀਤੇ ਔਰ ਬਹੁਤ ਸਾਰੇ ਵਿਦਿਆਰਥੀ, ਹਰ ਸਾਲ ਦਾਖਲਾ ਹੁੰਦਾ ਹੈ। BA ਤੇ MA ਤੱਕ ਦੀ ਪੜ੍ਹਾਈ ਬਾਬਾ ਜੀ ਵੱਲੋਂ ਫ੍ਰੀ ਹੈ। ਗੁਰਬਾਣੀ ਸੰਥਿਆ ਤੇ ਗੁਰਬਾਣੀ ਕਥਾ ਸਿੱਖ ਕੇ ਅੱਜ ਵੱਡੀਆਂ ਸਟੇਜਾਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਵੀ ਵਿਦਿਆਰਥੀ ਸੇਵਾਵਾਂ ਨਿਭਾ ਰਹੇ ਨੇ। ਔਰ ਅੱਗੇ ਜਿਨ੍ਹਾਂ ਨੇ ਵਿਦਿਆ ਲੈਣੀ ਹੈ, PhD ਜਾਂ ਹੋਰ, ਉਹਦੇ ਲਈ ਬਾਬਾ ਜੀ ਯਤਨਸ਼ੀਲ ਨੇ। ਆਓ ਐਸੇ ਗੁਰਮੁਖਾਂ ਨੂੰ, ਐਸੇ ਮਹਾਂਪੁਰਖਾਂ ਨੂੰ ਸਦਾ ਆਪਾਂ ਸਹਿਯੋਗ ਦਈਏ ਤਾਂ ਕਿ ਚੱਲਦੇ ਹੋਏ ਕਾਰਜ ਜਿਹੜੇ ਹੈ ਉਹ ਜਿਹੜੇ ਮਹਾਰਾਜ ਦੀ ਬਖਸ਼ਿਸ਼ ਹੈ, ਖਡੂਰ ਸਾਹਿਬ ਦੀ ਧਰਤੀ, ਜਿਸ ਧਰਤੀ ਤੇ ਬੈਠ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪ ਵਿਦਿਆ ਦਾ ਦਾਨ ਜਿਹੜਾ ਹੈ ਬੱਚਿਆਂ ਨੂੰ ਦਿੱਤਾ ਔਰ ਸੁੰਦਰ ਮਹਾਰਾਜ ਨੇ ਬਖਸ਼ਿਸ਼ ਕੀਤੀ। ਮਾਤਾ ਖੀਵੀ ਜੀ ਨੇ ਵੱਡੇ ਕਾਰਜ ਕੀਤੇ। ਉਹਨਾਂ ਕਾਰਜਾਂ ਵਿੱਚ ਆਪਾਂ ਆਪਣਾ ਹਿੱਸਾ ਪਾ ਕੇ ਸਹਿਯੋਗੀ ਬਣ ਕੇ ਗੁਰੂ ਕੀਆਂ ਖੁਸ਼ੀਆਂ ਦੇ ਪਾਤਰ ਬਣੀਏ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਆਓ ਸਾਧ ਸੰਗਤ ਜੀ। ਸਾਸਨ ਦੂਖ ਗਰਤ ਕਰਿਓ ਹੈ, ਪ੍ਰੇਮ ਭਗਤ ਉਦਰੇ ਸੇ ਨਾਨਕ, ਕਰ ਕਿਰਪਾ ਸੰਤ ਆਪ ਕਰਿਓ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ ਅਗਲੇ ਪ੍ਰੋਗਰਾਮਾਂ ਦਾ ਵੇਰਵਾ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਤੋਂ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मन में चित्व चित्वनी उत्तम करोड़ नीत, हर कीर्तन का आहारो हरदेव नानक के मीत। धन धन साहिब श्री गुरु ग्रंथ साहिब जी के पावन पवित्र निकी गोती हाजरी पर रहे गुरु रूप गुरु सवारी साध संगत जी। आओ एक बार फिर फतेह की सांझ पाइए। वाहिगुरू जी का खालसा, वाहिगुरू जी की फतेह। ये सन साढ़े अति सत्कारयोग भाई साहब भाई जगबीर सिंह जी, जिन्होंने आप जी नूं इलाही बाणी की कथा सरवण करवाई है जी। आप जी का कोटान कोट धन्नवाद है जी।
ਸਾਡੇ ਵਿੱਚ ਅੱਜ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ ਮੌਜੂਦ ਨੇ। ਉਸ ਤੋਂ ਪਹਿਲਾਂ ਉਹ ਸਟੇਜ ਤੇ ਆਉਣ, ਮੈਂ ਬੇਨਤੀ ਕਰਦਾ ਹਾਂ ਸਰਦਾਰ ਸੁਖਦੇਵ ਸਿੰਘ ਬੈਣੀਵਾਲ ਜੀ ਨੂੰ ਕਿ ਆਪ ਜੀ ਇੱਥੇ ਆ ਕੇ ਦੋ ਸ਼ਬਦ ਉਹਨਾਂ ਦੇ ਬਾਬਤ ਕਹਿਣ ਜੀ। ਤੇ ਮੈਂ ਬੇਨਤੀ ਕਰਦਾ ਆ ਕੇ ਸਟੇਜ ਤੇ ਉਹ ਦੋ ਸ਼ਬਦ ਕਹਿਣ ਜੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਨਿਗਮਾਨ ਰਹੀ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦੀ ਬੜੀ ਹੀ ਮਿਹਰ ਹੈ, ਆਪਾਂ ਜੋ ਐਤਵਾਰ ਦਾ ਦੀਵਾਨ ਦੇ ਵਿੱਚ ਸੱਜ ਕੇ ਬੈਠੇ ਹਾਂ ਤੇ ਉਸ ਦੇ ਵਿੱਚ ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ ਜੀ ਆਪਣੇ ਕੋਲ ਪਹੁੰਚੇ ਹੋਏ ਹਨ ਤੇ ਜਗਬੀਰ ਸਿੰਘ ਉਹਨਾਂ ਕਾਫੀ ਡੀਟੇਲ ਦੇ ਵਿੱਚ ਜੋ ਪ੍ਰੋਗਰਾਮ ਉੱਥੇ ਚੱਲ ਰਹੇ ਹਨ ਉਹਨਾਂ ਬਾਰੇ ਦੱਸਿਆ, ਵੀ ਸੰਗਤਾਂ ਦੇ ਨਾਲ ਸਾਂਝ ਕੀਤੀ ਹੈ। ਤੇ ਮੈਂ ਤੇ ਇੱਥੋਂ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਜੋ ਇਹਨਾਂ ਦੇ ਨਾਲ ਸੇਵਕ ਆਏ ਹਨ ਸਰਦਾਰ ਇੰਦਰਜੀਤ ਸਿੰਘ ਜੀ ਥਿੰਦ ਤੇ ਆਪਣੇ ਕੁਲਵੰਤ ਸਿੰਘ ਜੀ ਨਿੱਜਰ, ਧੰਨਵਾਦੀ ਹਾਂ ਉਹਨਾਂ ਦਾ। ਇਹ ਜੋ ਬਾਬਾ ਜੀ ਦਾ ਪ੍ਰੋਗਰਾਮ ਇੱਥੇ ਉਹਨਾਂ ਨੇ ਨਿਯੁਕਤ ਕੀਤਾ ਸਾਰੀਆਂ ਸੰਗਤਾਂ ਦੇ ਕੋਲ ਲਿਜਾ ਰਹੇ ਹਨ ਇਹਨਾਂ ਨੂੰ। ਸੋ ਸਾਰੀਆਂ ਹੀ ਸੰਗਤਾਂ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਤੇ ਜੋ ਜਿਸ ਤਰ੍ਹਾਂ ਜਗਬੀਰ ਸਿੰਘ ਉਹਨਾਂ ਦੱਸਿਆ ਵੀ ਮੇਰੇ ਖਿਆਲ ਇੱਕੋ ਹੀ ਸੰਸਥਾ ਹੈ ਜਿਹੜੀ ਪੰਜਾਬ ਦੇ ਵਿੱਚ, ਜਾਂ ਮੈਂ ਆਪ ਉੱਥੇ ਜਾ ਕੇ ਵੀ ਦੇਖਿਆ ਵੀ ਗੁਰਸਿੱਖੀ ਦਾ ਬਹੁਤ ਜ਼ਿਆਦਾ ਪ੍ਰਚਾਰ ਕਰ ਰਹੀ ਹੈ ਹਰੇਕ ਪੱਖੋਂ ਹੀ। ਬੱਚਿਆਂ ਨੂੰ ਜੇ ਆਪਾਂ ਆਪਣੀ ਦੁਨਿਆਵੀ ਵਿੱਦਿਆ ਦੇ ਰਹੇ ਹਨ ਜਿਸ ਦੇ ਵਿੱਚ ਉੱਥੋਂ ਦੇ ਬੱਚੇ ਕੋਈ 25-30 ਮੇਰੇ ਖਿਆਲ ਬੱਚੇ ਆਲਰੇਡੀ IAS ਅਫਸਰ ਵੱਡੀਆਂ ਪੋਸਟਾਂ ਤੇ ਉੱਥੋਂ ਪੜ੍ਹ ਕੇ ਲੱਗ ਚੁੱਕੇ ਹਨ। ਤੇ ਹੋਰ ਵੀ ਪੰਜਾਬ ਪੁਲਿਸ ਦੇ ਵਿੱਚ ਵੀ ਮੇਰੇ ਖਿਆਲ ਕਾਫੀ ਜਾਣੇ, ਮੇਰੇ ਖਿਆਲ 600 ਦੇ ਕਰੀਬ ਅੱਡ-ਅੱਡ ਪੋਸਟਾਂ ਤੇ ਲੱਗ ਚੁੱਕੇ ਹਨ। ਤੇ ਨਾਲ ਦੀ ਨਾਲ ਜੋ ਉੱਥੇ ਆਪਣੀ ਅੱਖੀ ਜਿਹੜੀ ਚੀਜ਼ ਦੇਖੀ ਅਸੀਂ ਵੀ ਗੁਰਸਿੱਖੀ, ਉਸ ਤੇ ਉੱਥੇ ਇਹਨਾਂ ਨੇ ਇੱਕ ਅਸੈਂਬਲੀ ਕੀਤੀ ਸੀਗੀ, ਮੇਰੇ ਖਿਆਲ 2013 ਦੀ ਗੱਲ ਆ। ਤੇ ਸਾਰੇ ਹੀ ਬੱਚੇ ਪੂਰੇ ਕੇਸਾਧਾਰੀ ਐਨ ਦਸਤਾਰ ਸਜਾ ਕੇ, ਬੱਚੀਆਂ ਕੇਸਰੀ ਚੁੰਨੀਆਂ ਲੈ ਕੇ ਉੱਥੇ ਇੱਕ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਇੱਕ ਅਨੋਖਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਸੋ ਉਸ ਨੇ ਸਾਰਿਆਂ ਦਾ ਹੀ ਮਨ ਮੋਹ ਲਿਆ। ਤੇ ਜੋ ਜਦੋਂ ਵੀ ਇਹ ਕੋਈ ਸੇਵਾ ਦਾ ਸਾਨੂੰ ਕੋਈ ਇੱਥੇ ਕੋਈ ਸੇਵਾ ਲਾਉਂਦੇ ਹਨ ਅਸੀਂ ਉਹਨਾਂ ਦੇ ਫੁੱਲ ਚੜਾਉਂਦੇ ਹਾਂ। ਸੋ ਇਸੇ ਤਰ੍ਹਾਂ ਹੀ ਅੱਜ ਵੀ ਆਪਣੇ ਕੋਲ ਆਏ ਹਨ, ਜੋ ਉੱਥੇ ਪ੍ਰੋਗਰਾਮ ਚੱਲ ਰਹੇ ਉਹਨਾਂ ਬਾਰੇ ਸੰਗਤਾਂ ਦੇ ਨਾਲ ਸਾਂਝ ਪਾਉਣਗੇ। ਤੇ ਜਿਸ ਤਰ੍ਹਾਂ ਦੱਸਿਆ ਵੀ ਉੱਥੇ ਇੱਕ ਵੱਡੀ ਇਮਾਰਤ ਨਿਸ਼ਾਨੇ ਸਿੱਖੀ ਬਣੀ ਹੋਈ ਹੈ ਜਿਸ ਦੇ ਵਿੱਚ ਅੱਡ-ਅੱਡ ਤਰ੍ਹਾਂ ਦੀਆਂ ਕਲਾਸਾਂ ਲੱਗਦੀਆਂ ਹਨ ਹਰੇਕ ਤਰ੍ਹਾਂ ਦੇ ਹੀ। ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਹੈ ਵੀ ਅੱਡ-ਅੱਡ ਖੇਤਰ ਦੇ ਵਿੱਚ ਸਿੱਖ ਨੂੰ ਪਰਪੱਖ ਕਰਨ ਵਾਸਤੇ, ਇੱਕ ਚੰਗਾ ਸਿੱਖ ਬਣਾਉਣ ਵਾਸਤੇ ਉਹ ਕਲਾਸਾਂ ਲਾ ਕੇ ਤੇ ਉਹ ਆਪਣੀ ਬਾਹਰ ਸੰਗਤ ਦੇ ਅੱਗੇ ਭੇਜਦੇ ਹਨ। ਸੋ ਅਸੀਂ ਬੜੇ ਹੀ ਧੰਨਵਾਦੀ ਹਾਂ ਇਸ ਸੰਸਥਾ ਦੇ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਚਲਾਇਆ, ਇੱਕ ਮਾਡਲ ਬਣਾਇਆ ਹੋਇਆ ਪੰਜਾਬ ਦੇ ਵਿੱਚ। ਹੋਰ ਵੀ ਸੰਸਥਾਵਾਂ ਇਸੇ ਤਰ੍ਹਾਂ ਹੀ ਕਰਨ ਤੇ ਪੰਜਾਬ ਇੱਕ ਬਹੁਤ ਹੀ ਵਧੀਆ ਖੇਤਰ ਬਣ ਸਕਦਾ ਹੈ। ਦੂਸਰੀ ਜਿਸ ਤਰ੍ਹਾਂ ਗੱਲ ਕੀਤੀ ਵੀ ਦਰਖਤ, ਪਵਨ ਗੁਰੂ ਪਾਣੀ ਪਿਤਾ, ਵੀ ਦਰਖਤ ਮੇਰੇ ਖਿਆਲ 1000 ਕਿਲੋਮੀਟਰ ਦੇ ਅੱਡ-ਅੱਡ ਜਿਹੜੀਆਂ ਸੜਕਾਂ ਉਹਨਾਂ ਦੇ ਉੱਤੇ ਅੱਡ-ਅੱਡ ਸਟੇਟਾਂ ਦੇ ਵਿੱਚ ਵੀ ਦਰਖਤ ਲਾਏ ਹਨ ਸ਼ੁੱਧ ਆਪਣੀ ਹਵਾ ਕਰਨ ਵਾਸਤੇ। ਬਾਬਾ ਜੀ ਦੇ ਉੱਤੋਂ ਇਹਨਾਂ ਤੋਂ ਸੇਧ ਲੈਂਦੇ ਹੋਏ ਅੱਜ ਵੀ ਸਵੇਰੇ ਵੀ ਇੱਥੇ ਗੁਰੂ ਘਰ ਸੈਨੋਜ਼ੇ ਵਿਖੇ ਇਹ ਫਤਿਹ ਫਾਊਂਡੇਸ਼ਨ ਹੈ ਜੀ, ਉਹਨਾਂ ਨੇ ਵੀ ਅੱਜ ਐਕਚੁਅਲੀ ਇੱਥੇ 10 ਦਰਖਤ ਲਾਏ ਹਨ। ਸੋ ਬੜੇ ਹੀ ਚੰਗਾ ਕੰਮ ਕੀਤਾ। ਬੱਚੇ ਇੱਥੇ ਮੇਰੇ ਖਿਆਲ ਨਿਕਲ ਗਏ, ਥੋੜ੍ਹਾ ਚਿਰ ਪਹਿਲਾਂ ਤੁਸੀਂ ਦੇਖੇ ਹੋਣੇ ਬੱਚੇ ਇੱਥੇ ਮੱਥਾ ਟੇਕਣ ਆਏ ਸੀਗੇ, ਉਹ ਅੱਜ ਉਹਨਾਂ ਨੇ ਵੀ ਆ ਕੇ ਦਰਖਤ ਲਾਏ ਹਨ। ਸੋ ਬੜਾ ਹੀ ਵਧੀਆ ਉਦਮ ਹੈ ਫਤਿਹ ਫਾਊਂਡੇਸ਼ਨ ਵੱਲੋਂ ਵੀ, ਜਿਨ੍ਹਾਂ ਨੇ ਇਹ ਦਰਖਤਾਂ ਲਾਉਣ ਦਾ ਇੱਥੇ ਗੁਰੂ ਘਰ ਸੈਨੋਜ਼ੇ ਵਿਖੇ ਅੱਜ ਪ੍ਰੋਗਰਾਮ ਕੀਤਾ। ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਹੁਣ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਵੀ ਉਹ ਆ ਕੇ ਸੰਗਤਾਂ ਨੂੰ ਸੰਬੋਧਨ ਕਰਨ, ਜੋ ਵੀ ਪ੍ਰੋਗਰਾਮ ਚੱਲ ਰਹੇ ਹਨ ਜਾਂ ਅਸੀਂ ਕੀ ਉਸ ਦੇ ਵਿੱਚ ਇੱਥੋਂ ਸੇਵਾਵਾਂ ਪਾ ਸਕਦੇ ਹਾਂ। ਤੇ ਗੁਰੂ ਸਾਹਿਬ ਇਹਨਾਂ ਨੂੰ ਹੋਰ ਚੜ੍ਹਦੀਆਂ ਕਲਾਂ ਬਖਸ਼ੇ ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਜੁੜ ਬੈਠੇ ਸਮੂਹ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਧੰਨਵਾਦੀ ਹੈ ਪ੍ਰਬੰਧਕ ਜਨਾਂ ਦਾ, ਗੁਰਮੁਖਾਂ ਦਾ, ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਵਾਏ। ਭਾਈ ਜਗਵੀਰ ਸੋਹਣੀ ਬੜੇ ਵਿਸਤਾਰ ਨਾਲ ਆਪ ਜੀ ਨੂੰ ਜਾਣਕਾਰੀ ਦੇ ਚੁੱਕੇ ਨੇ। ਪਾਵਨ ਧਰਤੀ ਖਡੂਰ ਸਾਹਿਬ, ਜਿਹਨੂੰ 8 ਗੁਰੂ ਸਾਹਿਬਾਨਾਂ ਨੇ ਬਾਰਕ ਚਰਨ ਪਾਏ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਨਗਰ ਨੂੰ ਜਗ੍ਹਾ ਮਿਲੀ, ਫੇਰ ਵਸਾਇਆ ਫੇਰੋ ਆਣ ਸਤਿਗੁਰੂ ਖਾਡੂਰ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ 12 ਵਿੱਚ ਆਪਣੀਆਂ ਵਿੱਚ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਰ ਜਗਾਈ। ਸਤਿਗੁਰੂ ਜੀ 13 ਸਾਲ ਦਾ ਲੰਮਾ ਸਮਾਂ ਗੁਰੂ ਅੰਗਦ ਦੇਵ ਮਹਾਰਾਜ ਬਿਰਾਜਮਾਨ ਰਹੇ। ਬੜੇ ਵੱਡੇ ਕਾਰਜ ਕੀਤੇ ਉੱਥੇ। ਮਹਾਰਾਜ ਪਾਤਸ਼ਾਹ ਨੇ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ। ਪਹਿਲਾ ਵਿਦਿਆਲਾ, ਪਹਿਲੀ ਪਾਠਸ਼ਾਲਾ ਵਿਦਿਆ ਦੇ ਗੁਰੂ ਅੰਗਦ ਦੇਵ ਮਹਾਰਾਜ ਨੇ ਇਸ ਪਾਵਨ ਧਰਤੀ ਤੋਂ ਸ਼ੁਰੂ ਕੀਤੀ। ਗੁਰੂ ਕਾਲ ਵੇਲੇ ਮੱਲ ਅਖਾੜੇ ਦੀ ਸਥਾਪਨਾ ਕੀਤੀ। ਲੰਗਰ ਦੀ ਮਰਜ਼ਾਦਾ ਨੂੰ ਹੋਰ ਪਰਪਕਤਾ ਮਿਲੀ। ਮਾਤਾ ਖੀਵੀ ਜੀ ਦੇ ਜੁਮੇ ਪਿਆ। ਜਨਮ ਸਾਖੀ ਦੇ ਰੂਪ ਵਿੱਚ ਇੱਥੋਂ ਗੁਰ ਇਤਿਹਾਸ ਲਿਖਣ ਦੀ ਪਰੰਪਰਾ ਦਾ ਮੁੱਢ ਬੱਝਾ। ਹਮਾਯੂ ਬਾਦਸ਼ਾਹ ਦਾ ਹੰਕਾਰ ਤੋੜਿਆ ਔਰ ਗੋਰਖਨਾਥ ਸਿੱਧਾਂ ਦੇ ਵੀ ਸ਼ੰਕੇ ਨਿਵਰਤ ਹੋਏ ਇੱਥੋਂ ਹੀ। ਇਸੇ ਜਗ੍ਹਾ 'ਤੇ ਗੁਰੂ ਅਮਰਦਾਸ ਸਾਹਿਬ 12 ਸਾਲ ਜਲ ਲਿਆ ਕੇ ਇਸ਼ਨਾਨ ਕਰਾਉਣ ਦੀ ਸੇਵਾ ਇੱਥੇ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ। ਇੱਥੇ ਹੀ ਖੱਡੀ ਵਿੱਚ ਜੋ ਕਿਲੇ ਨਾਲ ਠੇਡਾ ਲਾ ਕੇ ਗਿਰ ਗਏ ਸੀ, ਇੱਥੇ ਮਹਾਰਾਜ ਨੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਬਖਸ਼ ਕਰਕੇ ਬੇਅੰਤ ਬਖਸ਼ਾਂ ਦਿੱਤੀਆਂ, ਵਰ ਦਿੱਤੇ। ਨਥਾਵੇਂ ਥਾਮ, ਨਿਓਟਿਆਂ ਦੀ ਉਹ, ਨਿਆਸਰਿਆਂ ਦੀ ਆਸਰੀ, ਨਿਗੱਤੇ ਦੀ ਗੱਤ, ਬੇਅੰਤ ਬਖਸ਼ਾਂ ਦੇ ਕੇ ਗੁਰਤਾ ਗੱਦੀ ਬਖਸ਼ ਕਰਕੇ ਹੁਕਮ ਕੀਤਾ, ਜਾਓ ਤੁਸੀਂ ਗੋਇੰਦਵਾਲ ਸਾਹਿਬ ਨਗਰ ਜਾ ਕੇ ਵਸਾਓ। ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰੂ ਅੰਗਦ ਦੇਵ ਦਾ ਹੁਕਮ ਮੰਨ ਕੇ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾ ਕੇ ਗੋਇੰਦ ਦੇ ਨਾਮ ਤੇ, ਖੱਤਰੀ ਦੇ ਨਾਂ ਤੇ, ਮਰਵਾਹਾ ਦੇ ਨਾਂ ਤੇ ਉਹਦੇ ਗੋਇੰਦਵਾਲ ਨਗਰ ਵਸਾਉਣਾ ਕੀਤਾ। ਬੌਲੀ ਸਾਹਿਬ ਦੀ ਸਥਾਪਨਾ ਕੀਤੀ। ਸੋ ਇਸੇ ਜਗ੍ਹਾ 'ਤੇ ਗੁਰੂ ਅੰਗਦ ਦੇਵ ਮਹਾਰਾਜ ਜੋਤੀ ਜੋਤ ਸਮਾਏ। ਸੱਚੇ ਪਾਤਸ਼ਾਹ ਦੀ ਪਾਵਨ ਸਥਾਨ 'ਤੇ 8 ਗੁਰੂ ਸਾਹਿਬਾਨ ਸਮੇਂ ਸਰੀਰ ਕਰਕੇ 9 ਗੁਰੂ ਸਾਹਿਬ ਆਏ ਨੇ। ਭਾਵ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਦੋਂ ਗੁਰਤਾ ਗੱਦੀ ਦੇ ਬਿਰਾਜਮਾਨ ਨਹੀਂ ਸਨ। ਸਰੀਰ ਕਰਕੇ 9 ਗੁਰੂ ਸਾਹਿਬ ਆਏ ਨੇ। ਗੁਰੂ ਜੋਤ ਕਰਕੇ 8 ਗੁਰੂ ਸਾਹਿਬਾਨ ਇਸ ਪਾਵਨ ਧਰਤੀ 'ਤੇ ਆਏ ਨੇ। ਸੋ ਸਮੇਂ ਮੁੜ ਕੇ ਸੇਵਾਵਾਂ ਸ਼ੁਰੂ ਹੋਈਆਂ। ਮਹਾਂਪੁਰਸ਼ਾਂ ਨੇ ਬਾਬਾ ਗੁਰਮੁਖ ਸਿੰਘ ਜੀ, ਬਾਬਾ ਸਾਧੂ ਸਿੰਘ ਜੀ, ਬਾਬਾ ਝੰਡਾ ਸਿੰਘ ਜੀ ਸਮੇਂ ਆ ਕੇ ਗੁਰਧਾਮਾਂ ਦੀ, ਰਸਤਿਆਂ ਦੀ, ਪੁਲਾਂ ਦੀ ਹੋਰ ਬੇਅੰਤ ਸੇਵਾਵਾਂ ਕੀਤੀਆਂ। ਫਿਰ ਬਾਬਾ ਉੱਤਮ ਸਿੰਘ ਦਾ ਸਮਾਂ ਜਦੋਂ ਆਇਆ 1961 ਤੋਂ ਬਾਅਦ, ਉਹਨਾਂ ਨਾਲ ਕਾਰ ਸੇਵਾ ਦੇ ਨਾਲ ਵਿਦਿਆ ਦਾ ਕਾਰਜ ਸ਼ੁਰੂ ਕੀਤਾ। ਸ੍ਰੀ ਗੁਰੂ ਅੰਗਦ ਦੇਵ ਕਾਲਜ ਦੀ ਸਥਾਪਨਾ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਦਾ 500 ਸਾਲਾ ਸ਼ਤਾਬਦੀ 1969 ਜਦੋਂ ਮਨਾਇਆ, ਉਦੋਂ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਸਥਾਪਨਾ ਹੋਈ। 1984 ਵਿੱਚ ਨਾਲ ਸਕੂਲ ਦੀ ਸਥਾਪਨਾ ਹੋਈ। ਸੰਨ 2004 ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦਾ 500 ਸਾਲਾ ਸ਼ਤਾਬਦੀ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਮਨਾਈ। ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਦਾਤੀ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਉਹਨਾਂ ਦੀ ਅਗਵਾਈ ਵਿੱਚ ਸਾਰੀ ਸ਼ਤਾਬਦੀ ਸੰਪੰਨ ਹੋਈ। ਸੋ ਉਸ ਵੇਲੇ 5 ਕਾਰਜ ਲਿਖੇ ਗਏ ਸਨ। 500 ਸਾਲਾ ਸੀ ਗੁਰੂ ਅੰਗਦ ਦੇਵ ਜੀ ਦਾ। 5 ਕਾਰਜਾਂ ਵਿੱਚ ਸਭ ਤੋਂ ਪਹਿਲਾ ਵਿਦਿਆ ਵਾਤਾਵਰਨ ਦਾ ਸੀ, ਕਿਉਂਕਿ ਬਲਹਾਰੀ ਕੁਦਰਤ ਵਸਿਆ। ਇਹ ਪਵਨ ਗੁਰੂ ਪਾਣੀ ਪਿਤਾ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤੇ ਨੇ ਵੀ ਵਾਤਾਵਰਨ ਸ਼ੁੱਧ ਹੋਵੇ ਤੇ 500 ਕਿਲੋਮੀਟਰ 500 ਸਾਲਾਂ ਦੇ 500 ਕਿਲੋਮੀਟਰ ਸੜਕਾਂ 'ਤੇ ਦਰਖਤ ਲਗਾਏ ਜਾਣ। ਉਹ 22 ਸਾਲ ਬਾਅਦ ਹੁਣ 500 ਕਿਲੋਮੀਟਰ ਸੜਕਾਂ 'ਤੇ ਉਹ ਦਰਖਤ ਕਵਰ ਹੋਏ ਨੇ। ਉਸ ਤੋਂ ਬਾਅਦ ਬਾਜ਼ਾਰ ਖੁੱਲ੍ਹੇ ਕਰਨ ਦਾ ਸੀ ਵੀ ਗੁਰੂ ਘਰਾਂ ਨੂੰ ਸੰਗਤਾਂ ਨੇ ਬਹੁਤ ਆਉਣਾ ਤੇ ਰਸਤੇ ਖੁੱਲ੍ਹੇ ਹੋਣੇ ਚਾਹੀਦੇ ਨੇ। ਮੇਨ ਬਾਜ਼ਾਰ 50-60 ਦੁਕਾਨਾਂ ਸੀ, ਮਾਰਕੀਟ ਸੀ। ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਦੁਕਾਨਾਂ ਤੁਹਾਨੂੰ ਪਿੱਛੇ ਕਰਕੇ ਬਣਾ ਦਿੰਦੇ ਆ ਤਾਂ ਕਿ ਰਸਤਾ ਖੁੱਲ੍ਹਾ ਹੋਰ ਕਰਦਾ ਕੋਈ ਯਤਨ ਨਹੀਂ ਹੋ ਸਕਦਾ ਉਸ ਤੋਂ ਬਿਨਾਂ, ਧੜ ਤੋਂ ਬਿਨਾਂ। ਫਿਰ ਉਹਨਾਂ ਨੇ ਪ੍ਰਵਾਨ ਕਰ ਲਿਆ। ਉਹਨਾਂ ਨੂੰ ਪਿੱਛੇ ਹਟਾ ਕੇ ਗੁਰੂ ਘਰ ਦੀ ਜਗ੍ਹਾ ਸੀ ਉੱਥੇ ਉਹਨੂੰ 50-60 ਦੁਕਾਨਾਂ ਬਣਾ ਕੇ ਦੇਤੀਆਂ। ਉਹ ਢਾਹ ਕੇ ਸੜਕ 'ਚ ਰਲਾਤੀਆਂ। 80 ਫੁੱਟ ਮੇਨ ਬਾਜ਼ਾਰ ਜਿਹੜਾ ਗੁਰੂ ਘਰ ਨੂੰ ਜਾਂਦਾ ਉਹ ਚੌੜਾ ਹੋ ਗਿਆ। ਸੋ ਤੀਸਰਾ ਬੀਐਡ ਕਾਲਜ ਦਾ ਸੀ ਵੀ ਚੰਗੇ ਟੀਚਰ, ਚੰਗੇ ਅਧਿਆਪਕ ਚਾਹੀਦੇ ਨੇ ਆਪਾਂ ਨੂੰ ਗੁਰਸਿੱਖੀ ਦੇ ਨਾਲ ਜੁੜੇ ਹੋਏ। ਸੋ ਬੀਐਡ ਕਾਲਜ ਦੀ ਸਥਾਪਨਾ ਕੀਤੀ। ਔਰ ਚੌਥਾ ਕਾਰ ਸੀ ਨਿਸ਼ਾਨੇ ਸਿੱਖੀ। ਜਿਵੇਂ ਭਾਈ ਜਗਵੀਰ ਸਿੰਘ ਦੱਸ ਗਏ ਨੇ, ਨਿਸ਼ਾਨੇ ਸਿੱਖੀ 8 ਮੰਜ਼ਿਲਾ ਬਿਲਡਿੰਗ ਹੈ, 80,000 ਸਕੁਅਰ ਫੁੱਟ ਦਾ ਏਰੀਆ ਕਵਰਡ ਆ। ਔਰ ਸਰਦਾਰ ਕਰਤਾਰ ਸਿੰਘ ਠੁਕਰਾਲ ਸਿੰਘਾਪੁਰ ਨਿਵਾਸੀ ਨੇ ਬਹੁਤ ਵੱਡਾ ਸਹਿਯੋਗ ਉਹਦੇ 'ਚ ਦਿੱਤਾ। ਸੋ ਤਮੀਰ ਹੋਈ। 5ਵਾਂ ਕਾਰ ਸੀ ਮਾਤਾ ਖੀਵੀ ਜੀ ਦੇ ਕੋਈ ਯਾਦਗਾਰ ਨਹੀਂ ਸੀ, ਬੜੀ ਮਹਾਨ ਸੇਵਾ ਸੀ। ਉਹਨਾਂ ਨੇ ਯਾਦ 3 ਮੰਜ਼ਿਲਾ ਲੰਗਰ ਹਾਲ ਮਾਤਾ ਖੀਵੀ ਬਣਾਇਆ। ਸੋ ਇਸ ਤਰ੍ਹਾਂ 5 ਕਾਰਜ ਉਹ ਲਿਖੇ ਗਏ। ਗੁਰੂ ਦੀ ਕਿਰਪਾ ਦੇ ਨਾਲ ਸਾਰੇ ਸੰਪੂਰਨ ਹੋ ਗਏ ਨੇ।
ਔਰ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਸ਼ਤਾਬਦੀ ਜੋ 2019 ਸਿੱਖ ਸੰਗਤਾਂ ਨੇ ਸਾਰੇ ਸੰਸਾਰ ਵਿੱਚ ਮਨਾਈ, ਉਹਨੂੰ ਸਮਰਪਿਤ 550 ਮਿੰਨੀ ਜੰਗਲ ਛੋਟੀਆਂ ਝੜੀਆਂ ਲਾਉਣ ਦਾ ਵਿਚਾਰ ਕੀਤਾ ਵੀ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਪ੍ਰਕਿਰਤੀ ਦੇ ਨਾਲ ਬੜਾ ਪਿਆਰ ਕੀਤਾ, ਸਾਨੂੰ ਸੰਦੇਸ਼ ਦਿੱਤਾ ਕਿਉਂਕਿ ਕੁਦਰਤ ਦੀ ਜਿਹੜੀ ਦਾਤ ਹੈ ਸਾਨੂੰ ਅਮੁੱਲੀ ਹੈ। ਜਿਹ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹਦਾ ਮੁੱਲ ਕੋਈ ਨਹੀਂ, ਨਾ ਪਾਣੀ ਦਾ ਮੁੱਲ ਹੈ ਨਾ ਹਵਾ ਦਾ ਮੁੱਲ ਹੈ, ਇਹ ਬਣਾਏ ਨਹੀਂ ਜਾ ਸਕਦੇ। ਇਹ ਸੋਮੇ ਕੁਦਰਤ ਦੇ ਨੇ, ਇਹਨੂੰ ਕੁਦਰਤ ਨੂੰ ਸੰਭਾਲ ਕਿਸ ਤਰ੍ਹਾਂ ਕਰਨੀ ਆਪਾਂ ਜੀਵ ਨੇ। ਸੋ 550 ਜੰਗਲ ਲਾਉਣ ਦਾ ਮਿਥਿਆ ਚੋਂ 150 ਜੰਗਲ ਲਗਭਗ ਮਾਰੀ ਕਿਰਪਾ ਲੱਗ ਚੁੱਕਾ ਹੈ। ਉਹ 550 ਜੰਗਲ ਆਉਣ ਵਾਲੇ ਸਮੇਂ 'ਚ ਲੱਗੇਗਾ। ਘੱਟੋ ਘੱਟ ਇੱਕ ਨਾਲ ਦਾ ਜਗ੍ਹਾ ਹੋਵੇ, ਵੱਧ ਜਿੰਨੀ ਵੀ ਮਰਜ਼ੀ ਹੋਵੇ। ਪਿਛਲੇ ਦਿਨ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਤੁਸੀਂ ਜਗ੍ਹਾ ਦੇਵੋ, ਉਹਨਾਂ ਨੇ 50 ਏਕੜ ਜਗ੍ਹਾ ਅਲਾਟ ਕਰਤੀ, ਮਤਾ ਪਾਸ ਕਰਤਾ ਹੈ। ਜਿੰਨੇ ਇਤਿਹਾਸਕ ਸਥਾਨ ਨੇ ਪੰਜਾਬ 'ਚ ਗੁਰਧਾਮ, ਹਰ ਗੁਰਧਾਮ ਇੱਕ ਕਿੱਲਾ ਉਹਨਾਂ ਨੇ ਅਲਾਟ ਕਰਤੀ ਆ। 10 ਕਿੱਲੇ ਲੱਗ ਚੁੱਕਾ, ਬਾਕੀ ਸਮੇਂ ਲੱਗੇਗਾ। ਇਹ ਜ਼ਿਮੀਂਦਾਰ ਵੀ ਜਾਂ ਬਾਹਰ ਜਿਹੜੇ ਵਿਦੇਸ਼ਾਂ ਵਿੱਚ ਗੁਰੂ ਪਿਆਰੇ ਬੈਠੇ ਨੇ, ਉਹ ਵੀ ਅੱਧਾ ਕਿੱਲਾ 2 ਕਨਾਲ ਉਹ ਵੀ ਦੇ ਰਹੇ ਨੇ, ਤਾਂ ਕਿ ਉੱਥੇ ਉਹਨੇ ਜੀਵ ਜੰਤੂ ਨੇ ਜਿਹੜੇ ਸਾਡੇ ਪੁਰਾਤਨ ਵੇਲੇ ਸਾਡੇ ਵੀ ਖਰਗੋਸ਼, ਮੋਰ, ਨਿਓਲ ਜਾਂ ਤਿੱਤਰ ਬਟੇਰੇ ਜਾਂ ਉਹ ਜਿਹੇ ਅੱਗੇ ਖਾਲਾਂ ਵਿੱਚ ਖਾਲ ਹੁੰਦੇ ਸੀ ਤੇ ਖਾਲਾਂ ਵਿੱਚ ਹੁੰਦੇ ਸੀ ਮਲੇ ਹੁੰਦੇ ਸੀ, ਸਰਕੜੇ ਹੋਣੇ, ਦੱਬ ਹੋਣੀ, ਉਹ 'ਚ ਉਹਨਾਂ ਨੇ ਆਪਣੇ ਬੱਚੇ ਪੈਦਾ ਕਰਨੇ, ਉਹ 'ਚ ਉਹਨਾਂ ਨੇ ਆਪਣੇ ਪੈਦਾਇਸ਼ ਹੋਣੀ। ਉਹ ਸਾਰੇ ਜ਼ਿਮੀਂਦਾਰਾਂ ਨੇ ਤਕਰੀਬਨ ਵਾਹ ਲੈਣੇ ਜਾਂ ਪੱਕੇ ਹੋ ਗਏ ਨੇ। ਉਹਨਾਂ ਵਾਸਤੇ ਕੋਈ ਲੁਕਣਗਾਹ ਨਹੀਂ ਕੋਈ ਪੰਜਾਬ 'ਚ ਨਹੀਂ ਵੀ ਉਹ ਕਿਤੇ ਆਪਣਾ ਬੱਚੇ ਪੈਦਾ ਕਰ ਸਕਣ ਜਾਂ ਆਪਣਾ ਜੀਵ ਨੂੰ ਨਿਰਵਾਹ ਕਰ ਸਕਣ। ਇੱਕ ਉਹਨਾਂ ਵਾਸਤੇ ਉਹ ਬਣ ਜਾਏਗਾ, ਉਹ ਆਪਣੇ ਅੰਦਰ ਬੱਚੇ ਪੈਦਾ ਕਰਨਗੇ, ਆਪਣਾ ਉਹਨੂੰ ਲੁਕਣਗਾਹ ਬਣ ਜਾਏਗੀ ਔਰ ਵਾਤਾਵਰਨ ਸ਼ੁੱਧ ਹੋਏਗਾ। ਉਹ 550 ਜੰਗਲ ਲਾਉਣ ਦਾ ਉਹ ਗੁਰੂ ਦੀ ਕਿਰਪਾ ਨੇ ਜੇ 150 ਜੰਗਲ ਲੱਗ ਚੁੱਕਾ ਹੈ। ਸੋ ਹੋਰ ਹੀ ਸੇਵਾਵਾਂ ਮਾਰ ਕਿਰਪਾ ਨਾਲ ਗਵਾਲੀਆ ਦਾਤਾ ਬੰਦੀ ਛੋੜ ਵਿਖੇ ਵੀ ਆ, ਡੇਰਾ ਬਾਬਾ ਨਾਨਕੀਆ, ਉਠੀਆਂ, ਬਟਾਲਾ, ਸਤਲਾਣੀ ਸਾਹਿਬ, ਹੋਰ ਕਪੂਰਥਲਾ ਦੇ ਵਿੱਚ ਨਡਾਲਾ, ਪਾਤਸ਼ਾਹ ਬੋਲੀ ਸਾਹਿਬ ਗੁਰਦੁਆਰਾ, ਕਾਲੇ ਕੇ, ਮਤਲਬ 20-25 ਜਗ੍ਹਾ ਦਾ ਜਿਹੜੀ ਗੁਰਧਾਮਾਂ ਦੀ ਸੇਵਾ ਦੇ ਨਾਲ ਜਿਹੜੇ ਨਿਸ਼ਾਨੇ ਸਿੱਖੀ ਦੇ ਕਾਰਜ ਚੱਲ ਰਹੇ ਨੇ, ਉਹ 8 ਮੰਜ਼ਿਲਾਂ ਵਿੱਚ 6 ਕਾਰਜ ਲਿਖੇ ਨੇ। ਉਹਨਾਂ ਵਿੱਚ ਇੱਕ ਤਾਂ ਜਿਵੇਂ ਭਾਈ ਜਗਵੀਰ ਨੂੰ ਦੱਸਿਆ ਵੀ ਵਿਦਿਆ ਧਾਰਮਿਕ ਸੰਸਥਾ, ਸਿੰਘ ਸਾਹਿਬ ਦਾਦੀ ਸਾਹਿਬ ਦਾ ਫੁਰਨਾ ਸੀ ਵੀ ਸਾਨੂੰ ਇੱਥੇ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦਾ ਲਿਪੀ ਦਾ ਵਿਕਾਸ ਕੀਤਾ, ਪਹਿਲਾ ਵਿਦਿਆਲਾ ਇੱਥੇ ਸ਼ੁਰੂ ਕੀਤਾ, ਤੇ ਇਹ ਵਿਦਿਆਲਾ ਇੱਥੇ ਬਣਨਾ ਚਾਹੀਦਾ ਹੈ। ਫਿਰ ਉਹਨਾਂ ਨੇ ਅਗਵਾਈ ਵਿੱਚ ਇਹ ਸ਼ੁਰੂ ਕੀਤਾ 2009 ਦੇ ਵਿੱਚ। 5 ਸਾਲ ਦਾ ਕੋਰਸ ਆ, 5 ਸਾਲ ਦੇ ਵਿੱਚ ਬੱਚਾ ਗੁਰਮਤਿ ਨਾਲ MA ਕਰਦਾ ਹੈ, 2-3 ਸਾਲ ਇੱਥੇ BA ਹੁੰਦੀ ਹੈ, 2 ਸਾਲ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਤੋਂ MA ਕਰਾਈ ਜਾਂਦੀ ਹੈ। ਔਰ ਬਹੁਤ ਬੱਚੇ MA ਤੋਂ ਬਾਅਦ MPhil ਕਰ ਰਹੇ ਨੇ ਔਰ 20-25 ਬੱਚੇ UGC ਦਾ ਜਿਹੜਾ ਨੈਟ ਹੁੰਦਾ ਉਹ ਨਾ ਪਾਸ ਕੀਤਾ ਹੈ। 7 ਬੱਚੇ JRF ਦਾ ਟੈਸਟ ਪਾਸ ਕਰਕੇ ਉਹ PhD ਕਰ ਰਹੇ ਨੇ ਵੀ ਜਿਹੜੇ ਕੌਮ ਨੂੰ ਜਿਹੜੇ ਪੜ੍ਹੇ ਲਿਖੇ ਵਿਦਵਾਨ ਉਹ ਗੁਰਸਿੱਖ ਉਹ ਮਿਲ ਸਕਣ। ਲੜੀਵਾਰ ਸਰੂਪ ਉਹਨਾਂ ਦੀ ਸੰਥਿਆ ਹੁੰਦੀ ਹੈ। ਬਹੁਤ ਸਿਸਟਮ ਵਧੀਆ ਭਾਈ ਵਰਿਆਮ ਸਿੰਘ ਪ੍ਰਿੰਸੀਪਲ ਨੇ, ਉਹਨਾਂ ਨੇ ਬੜਾ ਵਧੀਆ ਸਿਸਟਮ ਗਿਆ ਸਿੰਘ ਸਾਹਿਬ ਉਹਨਾਂ ਨੇ ਮੌਕੇ 'ਤੇ ਬਣਾਇਆ, ਤਾਂ ਬਹੁਤ ਵਧੀਆ ਚੱਲ ਰਿਹਾ ਗੁਰੂ ਦੀ ਕਿਰਪਾ ਨਾਲ। ਦੂਸਰਾ ਲੜਕੀਆਂ ਦਾ ਕਿ ਜਿਹੜੀਆਂ ਲੜਕੀਆਂ ਪੰਜਾਬ ਵਿੱਚ 10-12 ਪੜ੍ਹ ਜਾਂਦੀਆਂ ਉਹਨੂੰ ਕੋਈ ਜੋਬ ਨਹੀਂ ਮਿਲਦੀ, ਉਹਨੇ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹਨਾਂ ਦੀ ਫਿਜ਼ੀਕਲੀ ਲਿਖਤੀ ਟੈਸਟ ਦੀ ਇੰਟਰਵਿਊ ਤਿਆਰੀ ਕਰਵਾਈ ਜਾਂਦੀ ਆ, ਜਿਸ 'ਚੋਂ ਕਿ 582 ਲੜਕੀਆਂ ਪੰਜਾਬ ਪੁਲਿਸ, ਦਿੱਲੀ ਪੁਲਿਸ, ਚੰਡੀਗੜ੍ਹ ਪੁਲਿਸ ਜਾਂ BSF ਸਾਰੀਆਂ ਫੋਰਸਾਂ ਵਿੱਚ ਤਕਰੀਬਨ 582 ਲੜਕੀਆਂ ਭਰਤੀ ਹੋ ਚੁੱਕੀਆਂ ਨੇ। ਇਹ ਵਿਦਿਆਲੇ ਦਾ ਵੀ ਤੇ ਲੜਕੀਆਂ ਦਾ ਵੀ ਉਹਨਾਂ ਕੋਲ ਕੋਈ ਖਰਚਾ ਲਿਆ ਜਾਂਦਾ, ਉਹ ਗੁਰੂ ਘਰ ਵੱਲੋਂ ਗੁਰੂ ਦੀਆਂ ਸੰਗਤਾਂ ਵੱਲੋਂ ਹੁੰਦਾ ਹੈ। ਉਹਨਾਂ ਬੱਚਿਆਂ ਨੂੰ ਸਿਰਫ ਵਿਦਿਆ ਦਿੱਤੀ ਜਾਂਦੀ ਮੁਫਤ, ਜਿਨ੍ਹਾਂ ਵਿੱਚੋਂ 10 ਬੱਚੀਆਂ ਸਿੱਧੀਆਂ ਸਬ ਇੰਸਪੈਕਟਰ ਭਰਤੀ ਹੋਈਆਂ ਨੇ। ਔਰ ਸਭ ਤੋਂ ਵੱਡੀ ਗੁਰੂ ਦੀ ਬਖਸ਼ਿਸ਼ ਇਹ ਹੈ ਕਿ 10 ਵਿੱਚੋਂ 5 ਬੱਚੀਆਂ ਅੰਮ੍ਰਿਤਧਾਰੀ ਨੇ, ਤੇ ਜਿਹੜੇ 5 ਬੱਚੀਆਂ ਅੰਮ੍ਰਿਤਧਾਰੀ ਉਹ ਦਸਤਾਰਾਂ ਸਜਾ ਰਹੀਆਂ, ਦਮਾਲੇ ਸਜਾ ਰਹੀਆਂ ਤੇ SHO ਲੱਗੀਆਂ। ਹੁਣ ਜਿਸ ਥਾਣੇ ਵਿੱਚ SHO ਬੀਬੀ ਦਮਾਲਾ ਸਜਾ ਕੇ ਥਾਣੇਦਾਰ ਦੀ ਕੁਰਸੀ 'ਤੇ ਬੈਠੇ ਹੋਵੇਗੀ, ਉੱਥੇ ਕੁਦਰਤੀਆਂ ਵੀ ਸਿੱਖੀ ਦਾ ਪ੍ਰਚਾਰ ਜਾਂ ਉੱਥੇ ਨਸ਼ੇ ਦੀ ਜਾਂ ਗਾਲੀ ਗਲੋਚ ਦੀ ਜਾਂ ਕੋਈ ਐਸੀ ਭਾਵਨਾ ਨਹੀਂ ਵਰਤਣੀ। ਸੋ ਇਸ ਤਰੀਕੇ ਨਾਲ ਭਾਵਨਾ ਵਾਲੇ ਬੱਚੇ ਉੱਥੇ ਤਿਆਰ ਹੋ ਕੇ ਉਹ ਨਾਲੇ ਆਪਣੀ ਸਰਵਿਸ ਵੀ ਕਰਦੇ ਨੇ, ਉਪਜੀਵਿਕਾ ਵੀ ਹੋ ਰਹੀ ਹੈ, ਨਾਲੇ ਨਾਲ ਸਿੱਖੀ ਦਾ ਪ੍ਰਚਾਰ ਵੀ ਹੋ ਰਿਹਾ ਹੈ। ਸੋ ਗੁਰੂ ਦੀ ਕਿਰਪਾ ਦੇ ਨਾਲ। ਔਰ NDA ਵਿੱਚ ਸ਼ੁਰੂ ਕੀਤਾ 2015 ਵਿੱਚ ਮੇਜਰ ਜਨਰਲ ਸਤਵਾਲ ਜੀ ਉਹਨਾਂ ਦੀ ਅਗਵਾਈ ਸ਼ੁਰੂ ਕੀਤਾ ਸੀ। ਹੁਣ ਮੇਜਰ ਜਨਰਲ ਸਰਦਾਰ ਬਲਵਿੰਦਰ ਸਿੰਘ ਸ਼ੀਨਾ ਜੀ ਅਗਵਾਈ ਵਿੱਚ ਚੱਲ ਰਿਹਾ ਹੈ। ਤਕਰੀਬਨ 16 ਬੱਚੇ ਆਪਣੇ NDA ਵਿੱਚ ਸਫਲ ਹੋ ਗਏ ਨੇ। ਜਿਹੜੇ ਕਿ NDA ਥਰੂ ਬੱਚੇ ਜਾਂਦੇ ਨੇ ਉਹਦਾ ਘੱਟੋ ਘੱਟ ਰੈਂਕ ਜਿਹੜਾ ਬ੍ਰਿਗੇਡੀਅਰ ਤੱਕ ਪਹੁੰਚ ਜਾਂਦੇ ਨੇ, ਮੇਜਰ ਜਨਰਲ ਬਣ ਜਾਣ, ਲੈਫਟੀਨੈਂਟ ਜਨਰਲ ਬਣ ਜਾਣ, ਉਹ ਉਹਨਾਂ ਦੀ ਕਾਬਲੀਅਤ ਹੈਗੀ ਹੈ। ਸੋ ਹਰ ਸਾਲ 4-5 ਬੱਚੇ ਆਪਣੇ ਸਫਲ ਹੋ ਰਹੇ ਨੇ। ਕੋਈ 에ਅਰਫੋਰਸ ਹੋ ਰਿਹਾ, ਕੋਈ ਨੇਵੀ 'ਚ ਹੋ ਰਿਹਾ ਹੈ, ਕੋਈ ਆਰਮੀ 'ਚ ਹੋ ਰਿਹਾ, 3 ਕੈਟਾਗਰੀ 'ਚ ਹੋ ਰਿਹਾ। ਉਸ ਤੋਂ ਉਪਰੰਤ ਵੀ ਤਕਰੀਬਨ ਜਿਹੜੇ ਬੱਚੇ NDA 'ਚ ਨਹੀਂ ਜਾ ਸਕਦੇ ਉਹ ਤਕਰੀਬਨ 60 ਬੱਚੇ ਮਰਚੈਂਟ ਨੇਵੀ ਵਿੱਚ ਆਪਣੀ ਜੌਬ ਉਹਨਾਂ ਨੇ ਸ਼ੁਰੂ ਕਰਤੀ ਹੈ।
ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜੌਬ ਹੈਗੀ ਮਰਚੈਂਟ ਨੇਵੀ ਦੀ ਵੀ। ਸੋ ਇਸ ਤਰੀਕੇ ਨਾਲ UPSC ਦਾ ਵੀ ਸ਼ੁਰੂ ਕੀਤਾ ਪਿਛਲੇ ਸਾਲ। ਸੋ ਇਸ ਤਰੀਕੇ ਨਾਲ ਵਿਦਿਆ ਦਾ ਤੇ ਵਾਤਾਵਰਣ ਦਾ ਤੇ ਕਾਰ ਸੇਵਾ ਦਾ, ਗੁਰੂ ਕੇ ਲੰਗਰਾਂ ਦਾ, ਉਹਦੇ ਸਿੰਘ ਸਾਹਿਬ ਨੇ ਵਿਚਾਰ ਕਰਕੇ ਜਦੋਂ ਸ਼ਤਾਬਦੀ ਆਈ ਉਹਦੇ ਵਿੱਚ ਸਾਰਾ ਨਗਰ 100 ਲਗਭਗ ਪਿੰਡ ਪੰਚਾਇਤ ਇਕੱਤਰ ਹੋਈ। ਤਾਂ ਉਹਨਾਂ ਨੇ ਬੇਨਤੀ ਕੀਤੀ ਵੀ ਆਪਾਂ ਗੁਰੂ ਕੇ ਲੰਗਰ ਚਲਾਉਣੇ ਨੇ ਤੇ ਆਪਾਂ ਤਰਤੀਬ ਬਣਾਈਏ। ਉਹਨਾਂ ਸਾਰਿਆਂ ਨੇ, ਕਿਸੇ ਨੇ ਦੁੱਧ ਦੀ ਸੇਵਾ ਲੈ ਲਈ, ਕਿਸੇ ਨੇ ਲੰਗਰ ਵਰਤਾਉਣ ਦੇ ਲਈ। 45 ਪਿੰਡ ਨੇ ਜਿਹੜੇ ਰੋਜ਼ਾਨਾ ਦੁੱਧ 8 ਦਿਨ ਉਹਨੇ ਵਾਰੀ ਆਉਂਦੀ, 5-5 ਪਿੰਡ ਆਉਂਦੇ ਨੇ। ਤਾਂ ਰੋਜ਼ ਖੀਰ ਜਿਹੜੇ ਘਿਆਲੀ ਗੁਰਬਾਣੀ ਵਿੱਚ ਆਉਂਦਾ ਹੈ ਉਹ ਰੋਜ਼ਾਨਾ ਉਹ ਮਰਜ਼ਾਦਾ ਨੂੰ ਬਹਾਲ ਕੀਤਾ। ਔਰ 70 ਪਿੰਡ ਨੇ ਜਿਹੜੇ ਉਹ ਆਪਣੀ ਲੰਗਰ ਦੀ ਸੇਵਾ ਮਹੀਨੇ ਪਿਛੋਂ ਵਾਰੀ ਆ ਕੇ ਸੰਭਾਲਦੇ ਨੇ, ਉਹ ਆਪਣੇ ਵਰਤਾਉਂਦੇ ਨੇ, ਪਕਾਉਂਦੇ ਨੇ। ਸੰਗਤਾਂ ਟਰਾਲੀਆਂ ਤੇ ਆਉਂਦੀਆਂ ਜਾਂਦੀਆਂ ਵੀ ਨਾਮ ਜਪਦੀਆਂ, ਆਉਂਦੀਆਂ ਵੀ ਨਾਮ ਸਿਮਰਨ ਕਰਨ ਜਾਂਦੀਆਂ। ਸੋ ਇਸ ਤਰੀਕੇ ਨਾਲ ਉੱਥੇ ਸਾਰਾ ਸਿਸਟਮ ਬਣਿਆ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਮੈਂ ਜ਼ਰੂਰ ਬੇਨਤੀ ਕਰਾਂਗਾ ਸਿੱਖ ਸੰਗਤਾਂ ਨੂੰ ਵੀ ਜਦੋਂ ਵੀ ਕਿਤੇ ਆਪ ਜੀ ਤੇ ਪੰਜਾਬ ਆਵੋ, ਉਸ ਪਾਵਨ ਧਰਤੀ ਤੇ ਜ਼ਰੂਰ ਉੱਥੇ ਦਰਸ਼ਨ ਮੇਲਾ ਕਰੋ, ਤਾਂ ਕਿ ਕੋਈ ਸੁਝਾਅ ਹੁੰਦੇ ਨੇ। ਪਿਛਲੇ ਦਿਨ ਦਾਸ 2-3 ਸਾਲ ਪਹਿਲਾਂ ਇੰਗਲੈਂਡ ਗਿਆ, ਉੱਥੇ ਵਿਚਾਰ ਆਈ ਸਿੰਘਾਂ ਦੀ ਵੀ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਚੰਗੇ ਸਕੂਲਾਂ 'ਚ ਵਿੱਦਿਆ ਨਹੀਂ ਲੈ ਸਕਦੇ ਤੇ ਉਹਨਾਂ ਨੂੰ ਮਤਲਬ ਫੀਸ ਨਹੀਂ ਕੋਈ ਦੇ ਸਕਦਾ, ਉਹਨਾਂ ਦੀ ਕੋਈ ਵਿਚਾਰ ਸੰਸਥਾਵਾਂ ਕਰਨੀ ਚਾਹੀਦੀ ਆ। ਸੋ ਵਿਚਾਰ ਕੀਤੀ ਵੀ ਖਡੂਰ ਸਾਹਿਬ ਦੇ ਸਕੂਲ ਜੇ ਕਿਸੇ ਨੇ ਪੜ੍ਹਾਉਣਾ ਹੋਵੇ, ਜਾਂ ਗਵਾਲੀਅਰ 4 ਸਕੂਲ ਚੱਲਦੇ ਨੇ, ਕਰਤਾਰਪੁਰ ਸਾਹਿਬ ਆ, ਇੱਥੇ ਖਡੂਰ ਸਾਹਿਬ 2 ਸਕੂਲ ਚੱਲਦੇ ਨੇ। ਉਹਨਾਂ ਜੇ ਗ੍ਰੰਥੀ ਸਿੰਘ ਨੇ ਆਪਣੇ ਬੱਚੇ ਪੜ੍ਹਾਉਣ, ਉਹਨਾਂ ਦਾ ਫ੍ਰੀ ਬੱਚਿਆਂ ਦਾ ਉਹਨਾਂ ਨੂੰ ਵਿੱਦਿਆ ਦਿੱਤੀ ਜਾਂਦੀ ਆ। ਗ੍ਰੰਥੀ ਸਿੰਘ ਨੂੰ ਬੇਨਤੀ ਕੀਤੀ ਜਿਹੜਾ ਬੱਚਾ ਦਾ ਫ੍ਰੀ ਪੜ੍ਹੇਗਾ ਉਹ ਆਪਣੇ ਜਿਸੇ ਨਗਰ ਸੇਵਾ ਨਿਭਾ ਰਿਹਾ ਗ੍ਰੰਥੀ ਸਿੰਘ ਦੀ, ਉੱਥੇ ਘੱਟੋ ਘੱਟ 5 ਸਿੰਘਾਂ ਨੂੰ ਬੱਚਿਆਂ ਨੂੰ ਉਹ ਵੀ ਗੁਰਬਾਣੀ ਦੀ ਸੰਥਿਆ ਦੇਵੇ, ਤਾਂ ਕਿ ਜੇ ਉਹਦਾ ਬੱਚਾ 10 ਸਾਲ ਵੀ ਪੜ੍ਹੇਗਾ ਇੱਥੇ ਉਹ ਵੀ 40-50 ਬੱਚਿਆਂ ਨੂੰ ਗੁਰਬਾਣੀ ਦੇ ਨਾਲ ਸੰਥਿਆ ਨਾਲ ਜੋੜ ਦੇਵੇਗਾ। ਦੋਨੋਂ ਕਾਰਜ ਹੋ ਜਾਣਗੇ, ਇੱਕ ਤਾਂ ਉਹਦਾ ਬੱਚੇ ਚੰਗੀ ਵਿਦਿਆ ਲੈ ਲੈਣਗੇ, ਇੱਕ ਉਹ ਨਗਰ ਵਾਲੇ ਬੱਚਿਆਂ ਨੂੰ ਉਹ ਗੁਰਬਾਣੀ ਦੇ ਨਾਲ ਸੰਥਿਆ ਨਾਲ ਜੋੜ ਦੇਵੇਗਾ। ਦੋਵੇਂ ਪਾਸੇ ਕਾਰਜ ਸ਼ੁੱਧ ਹੋ ਜਾਣਗੇ। ਸੋ ਇਸ ਤਰ੍ਹਾਂ ਕਾਫੀ ਗ੍ਰੰਥੀ ਸਿੰਘ ਆਪਣੀ ਸੇਵਾ ਨਿਭਾ ਰਹੇ ਨੇ ਤੇ ਗ੍ਰੰਥੀ ਸਿੰਘ ਦੇ ਬੱਚੇ ਇੱਥੇ ਵਿਦਿਆ ਲੈ ਰਹੇ ਨੇ। ਸੋ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ, ਇਹ ਸਭ ਗੁਰੂ ਦੀ ਬਖਸ਼ਿਸ਼ ਆ ਤੇ ਸੰਗਤਾਂ ਦਾ ਸਹਿਯੋਗ ਹੈਗਾ। ਇਹ ਜੋ ਵੀ ਕਾਰਜ ਹੈਗਾ, ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਜੀਵ ਦੇ ਕੋਈ ਵਸ ਨਹੀਂ, ਜਾਬੇ ਜਾਣੇ ਮੈਂ ਕਿਛ ਕਰਤਾ, ਤਬਲਾ ਗਰਭ ਜੋਰ ਮੈਂ ਫਿਰਤਾ। ਇਹ ਜੀਵ ਦੀ ਇਹ ਵਸ ਨਹੀਂ ਕੋਈ ਬੰਦਾ ਕਰ ਸਕੇ, ਇਹ ਪਰਮੇਸ਼ਰ ਸਾਰਾ ਕਰਾਉਣ ਵਾਲਾ ਹੈਗਾ ਏ। ਤੇ ਆਪੇ ਹਾਂ ਮੂਰਖ ਕਾਰੇ ਲਾਈਆ, ਨਾਨਕ ਹਰ ਕੰਮੇ। ਸੋ ਗੁਰੂ ਦੀ ਕਿਰਪਾ ਬਖਸ਼ਿਸ਼ਾ ਪ੍ਰਬੰਧਕ ਜਨਾਂ ਦਾ, ਜਿਨ੍ਹਾਂ ਨੇ ਬਹੁਤ ਕਿਰਪਾ ਕੀਤੀ, ਸੰਗਤ ਦਰਸ਼ਨ ਕਰਾਏ। ਆਪਾਂ 2-3 ਮਿੰਟ ਆਪਾਂ ਸਿਮਰਨ ਕਰ ਲਈਏ, ਫਿਰ ਆਪਾਂ ਆਪ ਜੀ ਕੋ ਮਾਫੀ ਮੰਗਾਂਗੇ। ਸਤਨਾਮ ਵਾਹਿਗੁਰੂ, 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 ਵਾਹਿਗੁਰੂ, ਸਤਨਾਮ ਵਾਹਿਗੁਰੂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।